मैं डिपार्टमेंट ऑफ टैक्नीकल एजुकेशन एंड इंडस्ट्रीयल ट्रेनिंग पंजाब ਦੇ ਉਹਨਾਂ ਸਾਰੇ ਉੱਚ ਅਧਿਕਾਰੀਆਂ ਉਹਨਾਂ ਦੇ ਨਾਲ ਕੰਮ ਕਰ ਰਹੀ ਟੀਮ ਜਿਨ੍ਹਾਂ ਨੇ ਇਸ ਕਰੋਨਾ ਮਹਾਮਾਰੀ ਦੇ ਦੌਰਾਨ ਆਪਣੇ ਦੇਸ਼ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਜਦੋਂ ਕਰੋਨਾ ਦਾ ਪ੍ਰਕੋਪ ਪੂਰੇ ਜ਼ੋਰਾਂ ਤੇ ਸੀ ਉਸ ਔਖੇ ਸਮੇਂ ਦੇ ਵਿੱਚ ਸਾਡੇ ਸਟੂਡੈਂਟਸ ਦੀ ਸਟੱਡੀ ਨੂੰ ਦੇਖਦੇ ਹੋਏ ਉਹਨਾਂ ਦੇ ਭਵਿੱਖ ਵੱਲ ਨਜ਼ਰ ਮਾਰਦੇ ਹੋਏ ਇਹ ਚੈਨਲ ਇਹ ਪਲੇਟਫਾਰਮ ਪੰਜਾਬੀ ਚੈਨਲ ਮਾਸਟਰ ਟ੍ਰੇਨਰ ਦੀ ਸਥਾਪਨਾ ਕੀਤੀ ਆ। ਇਸ ਦੇ ਲਈ ਮੈਂ ਆਪਣੇ ਡਿਪਾਰਟਮੈਂਟ ਦਾ ਇਸ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ। ਸੁਣਦੇ ਹੁੰਦੇ ਸੀ ਕਿ ਜਿਹੜੇ ਵਿਕਸਿਤ ਦੇਸ਼ ਕੰਟਰੀਆਂ ਹੈਗੀਆਂ ਉਹ ਆਨਲਾਈਨ ਸਟੱਡੀ ਕਰਵਾਉਣੀਆਂ ਆ, ਪਰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹ ਖੁਦ ਮੈਂ ਵੀ ਆਨਲਾਈਨ ਸਟੱਡੀ ਕਰਵਾ ਰਿਹਾ ਹਾਂ। ਸਾਡਾ ਇਹ ਡਿਪਾਰਟਮੈਂਟ ਜਿਹੜਾ ਆ ਆਨਲਾਈਨ ਸਟੱਡੀ ਕਰਵਾ ਰਿਹਾ ਆ। ਇਸ ਪਲੇਟਫਾਰਮ ਤੇ ਜਿੱਥੇ ਅਸੀਂ ਪੰਜਾਬੀ ਦੇ ਵਿੱਚ ਲੈਕਚਰ ਦੇ ਰਹੇ ਹਾਂ ਤੇ ਬਹੁਤ ਸਾਰੇ ਸਿਖਿਆਰਥੀ ਸਾਡੇ ਵੀਰ ਇਸ ਪੰਜਾਬੀ ਮੀਡੀਅਮ ਮਾਧਿਅਮ ਹੋਣ ਕਰਕੇ ਇਸ ਦਾ ਫਾਇਦਾ ਲੈ ਰਹੇ ਆ। ਸੋ ਇਸ ਟੀਮ ਦੇ ਵਿੱਚ ਮੋਢੀ ਸਾਡੇ ਡਿਪਟੀ ਡਾਇਰੈਕਟਰ ਵਿਜੇਂਦਰ ਧਵਨ ਜੀ ਬੜੇ ਸੁਚਾਰੂ ਢੰਗ ਦੇ ਨਾਲ ਟੀਮ ਨੂੰ ਲੈ ਕੇ ਚੱਲ ਰਹੇ ਨੇ। ਸੋ ਸਾਰੀ ਟੀਮ ਪ੍ਰਸ਼ੰਸਾ ਦੀ ਹੱਕਦਾਰ ਹੈ। ਮੈਂ ਰਜਿੰਦਰ ਕੁਮਾਰ ਇਲੈਕਟ੍ਰੀਸ਼ੀਅਨ ਇੰਸਟ੍ਰਕਟਰ ਗੌਰਮੈਂਟ ITI ਨਵਾਂ ਸ਼ਹਿਰ ਇਲੈਕਟ੍ਰੀਸ਼ੀਅਨ ਸੈਕੰਡ ਈਅਰ ਦੇ ਵੀਕ ਨੰਬਰ 61 ਤੇ 62 ਦੇ ਵਿੱਚ ਦਰਜ ਮੋਟਰ ਸਟਾਰਟਰ ਦੇ ਸੰਬੰਧ ਵਿੱਚ ਤੁਹਾਡੇ ਨਾਲ ਅੱਜ ਡਿਸਕਸ ਕਰਾਂਗਾ। ਜਿਹੜੀ ਤੁਸੀਂ ਸਲਾਈਡ ਤੇ ਮੋਟਰ ਦੇਖ ਰਹੇ ਹੋ ਇਹ ਇੰਡਕਸ਼ਨ ਮੋਟਰ ਹੈ। ਅਸੀਂ ਜਦੋਂ ਕਿਤੇ ਦੁਕਾਨ ਤੇ ਜਾਂਦੇ ਹਾਂ ਜਾਂ ਸਾਨੂੰ ਕਿਤੇ ਮੌਕਾ ਮਿਲਦਾ ਕਿਸੇ ਕਾਰਖਾਨੇ ਇੰਡਸਟਰੀ ਵਿੱਚ ਜਾਣ ਦਾ, ਅਸੀਂ ਬਹੁਤ ਸਾਰੀਆਂ ਉੱਥੇ ਮੋਟਰਾਂ ਲੱਗੀਆਂ ਹੋਈਆਂ ਦੇਖਦੇ ਹਾਂ। ਕਿਤੇ ਨਾ ਕਿਤੇ ਵੱਖਰੇ ਵੱਖਰੇ ਕੰਮ ਵਿੱਚ ਇਹਨਾਂ ਮੋਟਰਾਂ ਦਾ ਯੋਗਦਾਨ ਆ, ਪਰ ਇਹਨਾਂ ਦੇ ਨਾਲ ਇਹਨਾਂ ਨੂੰ ਚਲਾਉਣ ਦੇ ਲਈ ਸਟਾਰਟਰ ਦੀ ਮੌਜੂਦਗੀ ਵੀ ਬਹੁਤ ਜ਼ਰੂਰੀ ਹੈਗੀ ਆ। ਇਹ ਮੋਟਰਾਂ ਲਗਭਗ 75 ਤੋਂ 80% ਤੱਕ ਇੰਡਕਸ਼ਨ ਮੋਟਰਾਂ ਨੇ ਆਪਣਾ ਏਰੀਆ ਕਵਰ ਕੀਤਾ ਹੋਇਆ ਆ। ਇਹਦੀ ਵਰਤੋਂ ਜ਼ਿਆਦਾ ਹੈਗੀ ਆ। ਮੈਂ ਗੱਲ ਕਰਨ ਜਾ ਰਿਹਾ ਇੰਡਕਸ਼ਨ ਮੋਟਰ ਦੇ ਸਿਧਾਂਤ ਵਿੱਚ ਇਹਦਾ ਕੀ ਪ੍ਰਿੰਸੀਪਲ ਹੈ। ਜਦੋਂ ਮੋਟਰ ਦੇ ਸਟੇਟਰ ਨੂੰ 3 ਫੇਸ AC ਸਪਲਾਈ ਦਿੱਤੀ ਜਾਂਦੀ ਆ ਤਾਂ ਸਟੇਟਰ ਵਿੱਚ ਰੋਟੇਟਿੰਗ ਚੁੰਬਕੀ ਫੀਲਡ ਪੈਦਾ ਹੁੰਦਾ। ਇਹ ਰੋਟੇਟਿੰਗ ਚੁੰਬਕੀ ਫੀਲਡ ਮੋਟਰ ਵਿੱਚ EMF ਜਿਹਨੂੰ ਅਸੀਂ ਇਲੈਕਟ੍ਰੋਮੋਟਿਵ ਫੋਰਸ ਕਹਿੰਦੇ ਆ ਪੈਦਾ ਕਰਦਾ ਆ। ਮਤਲਬ ਜਦੋਂ ਕੋਈ ਸ਼ਾਰਟ ਕੀਤਾ ਹੋਇਆ ਕੰਡਕਟਰ ਚੁੰਬਕੀ ਫੀਲਡ ਵਿੱਚ ਰੱਖਿਆ ਜਾਂਦਾ, ਘੁੰਮਦੇ ਹੋਏ ਚੁੰਬਕੀ ਫੀਲਡ ਵਿੱਚ ਰੱਖਿਆ ਜਾਂਦਾ ਤਾਂ ਕੰਡਕਟਰ ਜਿਹੜਾ ਆ ਉਹ ਵੀ ਘੁੰਮਣ ਦੀ ਕੋਸ਼ਿਸ਼ ਕਰੇਗਾ। EMF ਨਾਲ ਉਸ ਵਿੱਚ ਕਰੰਟ ਚੱਲਣ ਲੱਗ ਪੈਂਦਾ। ਇੱਕ ਲੈਂਜ ਦਾ ਸਿਧਾਂਤ ਹੈਗਾ ਆ। ਕਰੰਟ ਉਸ ਸੈਕਸ਼ਨ ਦਾ ਵਿਰੋਧ ਕਰਦੀ ਆ ਜੋ ਉਸ ਨੂੰ ਪੈਦਾ ਕਰਦਾ ਹੈ। ਇਸ ਲਈ ਇਹ ਮੋਟਰ ਚੱਲਦੀ ਹੈ ਤੇ ਟਾਰਕ ਪੈਦਾ ਹੁੰਦਾ ਹੈ ਜੋ ਕਿ ਰੋਟਰ ਨੂੰ ਰੋਟੇਟਿੰਗ ਚੁੰਬਕੀ ਫੀਲਡ ਦੇ ਘੁੰਮਣ ਦੀ ਦਿਸ਼ਾ ਵਿੱਚ ਘੁਮਾਉਂਦਾ ਆ। ਇਹਨਾਂ ਮੋਟਰਾਂ ਦੇ ਰੋਟਰ ਵਿੱਚ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਤੋਂ ਪੈਦਾ ਹੋਏ ਕਰੰਟ ਨਾਲ ਇਹ ਮੋਟਰ ਚੱਲਦੀ ਆ। ਸੋ ਇਹਨਾਂ ਮੋਟਰ ਦਾ ਨਾਮ ਵੀ ਇੰਡਕਸ਼ਨ ਮੋਟਰ ਰੱਖਿਆ ਗਿਆ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਕਰੰਟ ਉਹ ਵੀ ਇੰਡਕਸ਼ਨ ਦੇ ਨਾਲ ਪੈਦਾ ਹੋਇਆ ਸੀ ਰੋਟਰ ਵਿੱਚ। ਸੋ ਇੰਡਕਸ਼ਨ ਹੋਣ ਕਰਕੇ ਇਹਨਾਂ ਮੋਟਰ ਦਾ ਨਾਮ ਇੰਡਕਸ਼ਨ ਮੋਟਰ ਹੈ। ਅਗਲੀ ਸਲਾਈਡ ਤੁਸੀਂ ਦੇਖ ਰਹੇ ਹਾਂ ਕਿ ਸਟਾਰਟਰ ਦੀ ਲੋੜ ਕਿਉਂ। ਅਸੀਂ ਗੱਲ ਕੀਤੀ ਸੀ ਪਿੱਛੇ
ਕਿ ਮੋਟਰ ਦੇ ਨਾਲ ਸਟਾਰਟਰ ਹੋਣਾ ਜ਼ਰੂਰੀ ਆ ਤੇ ਹੁਣ ਸਟਾਰਟਰ ਦੀ ਲੋੜ ਕਿਉਂ ਪਈ ਆ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਇੰਡਕਸ਼ਨ ਮੋਟਰ ਦਾ ਇਹ ਗੁਣ ਹੈ ਕਿ ਉਹ ਆਪਣੇ ਆਪ ਹੀ ਸਟਾਰਟ ਹੋ ਜਾਂਦੀਆਂ। ਜਿਹੜੀਆਂ ਇੰਡਕਸ਼ਨ ਮੋਟਰ ਆ ਇਹ ਆਪਣੇ ਆਪ ਹੀ ਸਟਾਰਟ ਹੋ ਜਾਂਦੀਆਂ ਜਦੋਂ ਅਸੀਂ ਇਹਨਾਂ ਨੂੰ ਸਪਲਾਈ ਦਿੰਦੇ ਹਾਂ। ਸਟਾਰਟਿੰਗ ਸਮੇਂ ਰੋਟਰ ਕਰੰਟ ਜ਼ਿਆਦਾ ਤੇ ਟਾਰਕ ਜ਼ਿਆਦਾ ਹੁੰਦੀ ਹੈ ਕਿਉਂਕਿ ਉਸ ਵੇਲੇ ਉਹ ਸਟਿਲ ਹੁੰਦਾ ਆ ਜਦੋਂ ਚੱਲਦਾ। ਇਸ ਸਮੇਂ ਸਟੇਟਰ ਜ਼ਿਆਦਾ ਕਰੰਟ ਲੈਂਦਾ ਆ ਜਿਸ ਨਾਲ ਕੁਝ ਸਮੇਂ ਬਾਅਦ ਮੋਟਰ ਦੀ ਸਪੀਡ ਵੀ ਫੁੱਲ ਹੋ ਜਾਂਦੀ ਆ। ਸਟਾਰਟਿੰਗ ਤੋਂ ਸਪੀਡ ਬਿਲਟ ਅਪ ਹੁੰਦੀ ਜਾਂਦੀ ਹੈ। ਸਟਾਰਟਿੰਗ ਸਮੇਂ ਸੋ ਬਹੁਤ ਜ਼ਿਆਦਾ ਕਰੰਟ ਹੁੰਦਾ, ਗ੍ਰੇਟਰ ਦੈਨ ਦੀ ਰੇਟਡ ਕਰੰਟ। ਇਹ ਕਰੰਟ ਜਿਹੜਾ ਸਪਲਾਈ ਲਾਈਨ ਵਿੱਚ ਜਦੋਂ ਵਹਿੰਦਾ ਆ ਜਿਸ ਨਾਲ ਮੋਟਰ ਗਰਮ ਹੁੰਦੀ ਹੈ। ਸਾਡੇ ਜਿਹੜੇ ਕੰਡਕਟਰ ਮੋਟਰ ਦੇ ਆ ਜਦੋਂ ਉਹਨਾਂ 'ਚ ਐਕਸੈਸਿਵ ਕਰੰਟ ਫਲੋ ਕਰੂਗਾ ਉਹਦੀ ਵਾਈਂਡਿੰਗ ਗਰਮ ਹੋਊਗੀ, ਗਰਮ ਹੋ ਕੇ ਉਹ ਖਰਾਬ ਹੋ ਜਾਂਦੀ ਆ। ਇਹਨਾਂ ਨੁਕਸਾਨ ਜਿਹੜੇ ਗਰਮ ਹੋਣ ਦੇ ਨਾਲ ਮੋਟਰ ਦੇ ਨੁਕਸਾਨ ਹੋਣੇ ਆ ਉਹਨਾਂ ਨੂੰ ਰੋਕਣ ਦੇ ਲਈ ਮੋਟਰ ਦੇ ਸਟਾਰਟਰ ਦੀ ਲੋੜ ਹੈ ਜਿਸ ਨਾਲ ਸਟਾਰਟਿੰਗ ਸਮੇਂ ਕਰੰਟ ਨੂੰ ਘੱਟ ਕੀਤਾ ਜਾ ਸਕਦਾ। ਸੋ ਇਸ ਗੱਲ ਕਰਕੇ ਇਹ ਸਟਾਰਟਰ ਦੀ ਲੋੜ ਹੈ ਕਿ ਜਿਹੜਾ ਐਕਸੈਸਿਵ ਕਰੰਟ ਹੈਗਾ ਆ ਉਹਨੂੰ ਘਟਾਇਆ ਜਾਵੇ। ਮੋਟਰ ਸਟਾਰਟਰ ਸੰਬੰਧੀ ਕੁਝ ਜਾਣਕਾਰੀ ਆ ਇਸ ਸਲਾਈਡ ਵਿੱਚ। ਇਹ ਉਹ ਉਪਕਰਨ ਆ ਜੋ ਮੋਟਰ ਦੇ ਸੀਰੀਜ਼ ਵਿੱਚ ਜਿਹੜਾ ਸਟਾਰਟਰ ਹੈਗਾ ਹੈ ਇਹ ਮੋਟਰ ਦੇ ਸੀਰੀਜ਼ ਵਿੱਚ ਕਨੈਕਟ ਕੀਤਾ ਹੁੰਦਾ, ਫਿੱਟ ਕੀਤਾ ਹੁੰਦਾ ਤਾਂ ਕਿ ਮੋਟਰ ਦਾ ਸ਼ੁਰੂ ਵਿੱਚ ਕਰੰਟ ਘੱਟ ਕੀਤਾ ਜਾ ਸਕੇ। ਫਿਰ ਜਦੋਂ ਮੋਟਰ ਆਪਣੀ ਸਪੀਡ ਤੇ ਲਗਭਗ 70-80% ਦੇ ਪਹੁੰਚਦੀ ਹੈ ਤਾਂ ਮੋਟਰ ਨੂੰ ਫੁੱਲ ਸਪਲਾਈ ਵੋਲਟੇਜ ਇਸ ਦੇ ਦੁਆਰਾ ਹੀ ਮਿਲਦੀ ਹੈ। ਇਸ ਦੇ ਵਿੱਚ ਕਨੈਕਟਰ ਜੋ ਸਟਾਰਟਰ ਦੇ ਅੰਦਰ ਫਿੱਟ ਕੀਤਾ ਹੁੰਦਾ ਹੈ ਜੋ ਕਿ ਸਵਿਚ ਦਾ ਕੰਮ ਕਰਦਾ ਹੈ। ਮੇਨ ਸਪਲਾਈ ਇਸ ਦੇ ਵਿੱਚੋਂ ਹੁੰਦੀ ਹੋਈ ਮੋਟਰ ਤੱਕ ਜਾਂਦੀ ਹੈ। ਇਸ ਤੋਂ ਇਲਾਵਾ ਓਵਰਲੋਡ ਰਿਲੇ ਜੋ ਕਿ ਕੰਡਕਟਰ ਔਰ ਮੋਟਰ ਦੇ ਵਿਚਕਾਰ ਹੁੰਦੀ ਹੈ। ਇਸ ਦਾ ਕੰਮ ਕਰੰਟ ਨੂੰ ਨਾਪਣਾ ਕਿ ਮੋਟਰ ਵਿੱਚ ਕਿੰਨਾ ਕਰੰਟ ਲੰਘਦਾ ਹੈ। ਉਹ ਖਾਸ ਸਮੇਂ ਦੌਰਾਨ ਜਦੋਂ ਕਰੰਟ ਐਕਸੈਸ ਉਹਦੇ ਵਿੱਚੋਂ ਗੁਜ਼ਰਦਾ ਮੋਟਰ ਦੇ ਲਈ ਇਹ ਓਵਰਲੋਡ ਰਿਲੇ ਉਹਨੂੰ ਬੰਦ ਕਰਨ ਦਾ ਵੀ ਕੰਮ ਕਰਦੀ ਹੈ ਤਾਂ ਕਿ ਜਿਹੜਾ ਕਰੰਟ ਉਹਦੇ ਵਿੱਚੋਂ ਐਕਸੈਸ ਨਾ ਲੰਘੇ। ਮਤਲਬ ਓਵਰਲੋਡ ਜਿਹੜਾ ਕਰੰਟ ਜਦੋਂ ਮੋਟਰ ਹੁੰਦੀ ਆ ਤਾਂ ਮੋਟਰ ਨੂੰ ਇਹ ਬੰਦ ਕਰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਮੋਟਰ ਦੇ ਸਟਾਰਟਰ ਕਿੰਨੀ ਤਰ੍ਹਾਂ ਦੇ ਹੈਗੇ ਆ। ਟਾਈਪ ਆਫ ਮੋਟਰ ਸਟਾਰਟਰ। ਨੰਬਰ 1 ਤੇ ਡਾਇਰੈਕਟ ਆਨਲਾਈਨ ਸਟਾਰਟਰ। ਅਸੀਂ ਇਹਦੇ ਨਾਂ ਤੋਂ ਹੀ ਸਾਨੂੰ ਲੱਗਦਾ ਵੀ ਕੋਈ ਮੋਟਰ ਡਾਇਰੈਕਟ ਚੱਲਦੀ ਆ, ਇਸੇ ਕਰਕੇ ਇਹਦਾ ਨਾਂ ਅਸੀਂ ਡਾਇਰੈਕਟ ਆਨਲਾਈਨ ਸਟਾਰਟਰ ਰੱਖਿਆ ਆ। ਦੂਸਰੇ ਨੰਬਰ ਤੇ ਆਪਣੇ ਕੋਲ ਆਉਂਦੀ ਆ ਸਟਾਰ ਡੈਲਟਾ ਸਟਾਰਟਰ। ਇਹ ਮੋਟਰ ਪਹਿਲਾਂ ਸਟਾਰ ਵਿੱਚ ਚੱਲਦੀ ਆ ਫਿਰ ਡੈਲਟਾ ਚੱਲਦੀ ਆ, ਅੱਗੇ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਰੋਟਰ ਰੈਜ਼ਿਸਟੈਂਸ ਸਟਾਰਟਰ, ਇਹਦੇ ਵਿੱਚ ਸਾਨੂੰ ਫਿਰ ਪਤਾ ਲੱਗਦਾ ਵੀ ਇਹ ਕੋਈ ਰੈਜ਼ਿਸਟੈਂਸ ਹੈਗੀ ਆ ਜਿਹੜੀ ਆਪਾਂ ਸਟੇਟਰ 'ਚ ਐਡ ਕਰਾਂਗੇ। ਚੌਥੇ ਨੰਬਰ ਤੇ ਆਉਂਦੀ ਸਾਡੇ ਕੋਲ ਰੋਟਰ ਰੈਜ਼ਿਸਟੈਂਸ ਜਾਂ ਇਹਨੂੰ ਆਪਾਂ ਸਲਿਪ ਰਿੰਗ ਸਟਾਰਟਰ ਵੀ ਕਹਿੰਦੇ ਆ। ਇੱਥੇ ਅਸੀਂ ਰੈਜ਼ਿਸਟੈਂਸ ਜਿਹੜੀ ਆ ਰੋਟਰ ਵਿੱਚ ਐਡ ਕਰਾਂਗੇ। ਪੰਜਵੇਂ ਨੰਬਰ ਤੇ ਸਾਡੇ ਕੋਲ ਆਉਂਦਾ ਆਟੋ ਟਰਾਂਸਫਾਰਮਰ ਸਟਾਰਟਰ। ਇਸ ਦਾ ਕੰਮ ਆਟੋਮੈਟਿਕ ਉਹਨੂੰ ਵੋਲਟੇਜ ਘੱਟ ਕਰਨੀ ਵੱਧ ਕਰਨੀ, ਕੁਛ ਮੈਨੂਅਲ ਟਾਈਪ ਵੀ ਆਉਂਦੇ ਸਟਾਰਟਰ ਇਹ। ਫਿਰ ਸਾਡੇ ਕੋਲ ਲਾਸਟ ਵਿੱਚ ਆਉਂਦਾ BDF ਸਟਾਰਟਰ ਜਾਂ ਇਹਨੂੰ ਆਪਾਂ ਸੌਫਟ ਸਟਾਰਟਰ ਵੀ ਕਹਿੰਦੇ ਆ, ਵੇਰੀਏਬਲ ਫ੍ਰੀਕੁਐਂਸੀ ਡਰਾਈਵ। ਇਹ ਸਾਡੇ ਕੋਲ ਕੁਝ ਸਟਾਰਟਰ ਸੀ ਜਿਹਨਾਂ ਦੇ ਵਿੱਚ ਅਸੀਂ ਬਾਰੋ ਬਾਰੀ ਇਹਨਾਂ ਦੇ ਸਾਰਿਆਂ ਦੀ ਗੱਲਬਾਤ ਕਰਾਂਗੇ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਡੀਵਲ ਸਟਾਰਟਰ, ਉਸਦੀ ਕੁਛ ਪਿਕਚਰ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ। ਵੱਖਰੀ ਵੱਖਰੀ ਕੰਪਨੀ ਦੇ ਹੈਗੇ ਇਹ, ਜਿਹੜੇ ਅਸੀਂ ਆਮ ਕਿਤੇ ਦੁਕਾਨਾਂ ਪਰ ਇੰਡਸਟਰੀ ਵਿੱਚ ਲੱਗੇ ਹੋਏ ਦੇਖਦੇ ਹੈਗੇ ਆ। ਇਸ ਬਕਸੇ ਦੇ ਵਿੱਚ ਕੁਝ ਕੰਪੋਨੈਂਟਸ ਹੁੰਦੇ ਆ ਜਿਨ੍ਹਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਮੈਂ ਗੱਲਬਾਤ ਕਰਾਂਗਾ।
ਜਿਵੇਂ ਕਿ ਤੁਸੀਂ ਸਲਾਈਡ ਵਿੱਚ ਦੇਖਦੇ ਹੋ, ਕੰਪੋਨੈਂਟਸ ਫॉर ड्यूअल ਸਟਾਰਟਰ। ਪ੍ਰੋਟੈਕਟਿਵ ਡਿਵਾਈਸ ਵਿੱਚ ਸਭ ਤੋਂ ਪਹਿਲਾਂ MCB ਆ ਜਾਂਦਾ, ਫਿਊਜ਼ ਵਗੈਰਾ ਆ ਜਾਂਦੇ ਆ ਜੋ ਇਸ ਉਪਕਰਨ ਨੂੰ ਬਚਾਉਂਦੇ ਆ। ਦੂਸਰੇ ਨੰਬਰ ਦੇ ਉੱਪਰ ਸਵਿਚਿੰਗ ਦੇ ਵਿੱਚ ਜਿਹੜਾ ਕੰਡਕਟਰ ਉਹ ਹੈ ਜੇ ਇੱਕ ਸਵਿਚ ਦਾ ਕੰਮ ਕਰਦਾ। ਤੀਸਰੇ ਨੰਬਰ ਦੇ ਉੱਪਰ ਮੈਗਨੇਟ नो वोल्ट कोयल जो चुंबक का काम करेगी। सेंसिटिव कंपोनेंट इस विच ओवरलोड रिले जिहड़ा करंट नूं जदों वध हुंदा आ तां मोटर नूं बंद करन दा काम करदी है। ऑपरेटिंग दे लई ऑन ऑफ स्विच आपां यूज करदे हां। अदर असैसरीज एक्सिलरी कॉन्टैक्ट वगैरह यूज करांगे आपां। मेजरिंग अपने अंपेयर मीटर वोल्ट मीटर आपां इस सारे ड्यूअल स्टार्टरां दे विच यूज करदे हां। ਇਹ ਕੰਪੋਨੈਂਟਸ ਜਿਹੜੇ ਕੱਲੇ ड्यूअल ਸਟਾਰਟਰ ਦੇ ਲਈ ਨਹੀਂ, ਇਸ ਆਪਾਂ ਜਿੰਨੇ ਵੀ ਹੁਣ ਅੱਗੇ ਸਟਾਰਟਰਾਂ ਬਾਰੇ ਡਿਸਕਸ ਕਰਾਂਗੇ ਉਹਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਹੋਣੀ ਆ। ਪਰ ਸਭ ਤੋਂ ਪਹਿਲਾਂ ਸਾਨੂੰ ਇੱਥੇ ਇਹਨਾਂ ਦੇ ਕੰਮ ਕੀ ਆ, ਕਿੱਦਾਂ ਕੰਮ ਕਰਦੇ ਆ, ਉਹਨਾਂ ਦੇ ਬਾਰੇ ਸਮਝਣਾ ਜ਼ਰੂਰੀ ਆ। ਇੱਕ ਵਾਰ ਆਪਾਂ ਵਿਸਥਾਰ ਨਾਲ ਇੱਥੇ ਸਮਝ ਲਈਏ, ਅੱਗੇ ਸਾਨੂੰ ਆਪਣੇ ਆਪ ਉਸ ਦਾ ਪਤਾ ਚੱਲ ਜਾਏਗਾ ਕਿ ਹਰੇਕ ਸਟਾਰਟਰ ਦੇ ਵਿੱਚ ਜਿੱਥੇ ਕੋਈ ਚੀਜ਼ ਲੱਗਦੀ ਆ ਉੱਥੇ ਸਾਨੂੰ ਆਰਾਮ ਨਾਲ ਸਮਝ ਲੱਗੂਗੀ ਇਹਨਾਂ ਦੀ। ਅਸੀਂ ਇਸ ਸਲਾਈਡ ਵਿੱਚ ਕੰਪੋਨੈਂਟਸ ਆਫ ड्यूअल ਸਟਾਰਟਰ MCB ਜਾਂ ਫਿਊਜ਼ ਦੀ ਗੱਲ ਕਰਦੇ ਹਾਂ। ਜਿਵੇਂ ਤੁਸੀਂ ਪਿਕਚਰ 'ਚ ਦੇਖ ਰਹੇ ਹੋ, MCB 3 ਫੇਸ ਹੈਗਾ ਇਹ। ਜਦੋਂ ਕਿਸੇ ਮੋਟਰ ਦੇ ਉੱਪਰ ਆਪਾਂ ਸਟਾਰਟਰ ਲਗਾਉਂਦੇ ਆ ਤਾਂ ਉਸ ਤੋਂ ਪਹਿਲਾਂ ਸਾਨੂੰ MCB ਲਗਾਉਣਾ ਜ਼ਰੂਰੀ ਆ, ਕਿਉਂਕਿ ਅਸੀਂ ਇਲੈਕਟ੍ਰੀਸ਼ੀਅਨ ਦੇ ਵਿੱਚ ਜਦੋਂ ਫੀਲਡ ਵਿੱਚ ਕੰਮ ਕਰਨ ਜਾਂਦੇ ਆ, ਕਈ ਸਟਾਰਟਰ ਖਰਾਬ ਹੁੰਦੇ ਆ, ਉਹਨੂੰ ਰਿਪੇਅਰ ਕਰਨੀ ਪੈਂਦੀ ਆ, ਉਹਦੀ ਸਪਲਾਈ ਬੰਦ ਕਰਨੀ ਬਹੁਤ ਜ਼ਰੂਰੀ ਆ। ਇਹ MCB ਉਸ ਸਪਲਾਈ ਨੂੰ ਪਹਿਲਾਂ ਬੰਦ ਕਰਦਾ ਆ। ਇਸ ਸਟਾਰਟਰ ਵਿੱਚ ਅਸੀਂ ਬੜੇ ਆਰਾਮ ਨਾਲ ਉਹਨੂੰ ਖੋਲ ਕੇ ਉਹਦੀ ਰਿਪੇਅਰ ਕਰਾਂਗੇ ਤੇ ਰਿਪੇਅਰ ਕਰਨ ਤੋਂ ਬਾਅਦ ਇਸ ਨੂੰ ਔਨ ਕਰ ਦੇਵਾਂਗੇ। ਪਰ ਇੱਥੇ ਇੱਕ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਆ ਵੀ ਜਿਹੜੀ ਮੋਟਰ ਦੀ ਕਪੈਸਿਟੀ ਹੈਗੀ ਆ, ਮਤਲਬ ਮੋਟਰ ਜੇ 10 ਐਂਪੀਅਰ ਲੈਂਦੀ ਹੈ ਜਾਂ 20 ਐਂਪੀਅਰ ਲੈਂਦੀ ਆ, ਇਹ ਨਹੀਂ ਹੈਗਾ ਵੀ ਆਪਾਂ MCB ਉਸ ਤੋਂ ਘੱਟ ਰੇਂਜ ਦਾ ਲਾਈਏ। ਲਗਭਗ ਉਹਦੇ ਫੁੱਲ ਲੋਡ ਦਾ 1.5 ਗੁਣਾ ਆਪਾਂ ਲਗਾਵਾਂਗੇ MCB। ਇਹ ਉਹਨਾਂ ਕੰਡੀਸ਼ਨਾਂ ਦੇ ਵਿੱਚ ਹੀ ਆਪਰੇਟ ਹੋਊਗਾ ਜਦੋਂ ਅਬਨੋਰਮਲ ਕਰੰਟ ਇਸ ਦੀ ਰੇਟਿੰਗ ਤੋਂ ਵੱਧ ਕ੍ਰਾਸ ਹੋਊਗਾ ਇਸ ਵਿੱਚੋਂ। ਇਸ ਤਰ੍ਹਾਂ ਇਹ ਫਿਊਜ਼ ਹੈਗਾ ਤੁਹਾਨੂੰ ਦਿਖਾਇਆ, ਇਹ ਵੀ ਕਈ ਜਗ੍ਹਾ ਯੂਜ਼ ਕਰਦੇ ਆਪਾਂ। ਫਿਰ ਅੱਗੇ ਆਪਣੇ ਕੋਲ ਆ ਜਾਂਦਾ ਕੰਪੋਨੈਂਟਸ ਆਫ ड्यूअल ਸਟਾਰਟਰ ਕੰਟੈਕਟਰ 2 ਨੰਬਰ ਤੇ। ਇਹ ਤੁਸੀਂ ਕੰਟੈਕਟਰ ਦੇਖ ਰਹੇ ਆ, ਇਹ ਦੋਨੇ ਇੱਕੋ ਤਰ੍ਹਾਂ ਦੇ ਹੈਗੇ ਆ। ਤੁਹਾਨੂੰ ਸਮਝਾਉਣ ਦੇ ਲਈ ਜਰਾ ਇਹਨਾਂ ਦੀ ਪਿਕਚਰ 2 ਲਗਾਈਆਂ ਹੈ, ਜਿਹਦੇ ਵਿੱਚ ਤੁਸੀਂ ਪਹਿਲੇ ਵਾਲੀ 'ਚ ਖੱਬੇ ਪਾਸੇ ਦੇਖਦੇ ਆ 4 ਸਕਰੂ ਲੱਗੇ ਹੋਏ ਆ ਉੱਪਰ ਤੇ ਥੱਲੇ। ਅਸੀਂ ਇਹਨਾਂ ਦੇ ਵਿੱਚ ਲਗਭਗ ਪਹਿਲੇ ਨੂੰ ਛੱਡ ਕੇ ਜਿਹੜੇ ਦੂਜਾ, ਤੀਜਾ, ਚੌਥਾ RYV ਜਿਹੜੇ 3 ਫੇਸ ਸਾਡੇ ਹੈਗੇ ਆ ਉਹ ਲਗਾਉਂਦੇ ਆ। ਤੇ ਜਦੋਂ ਇਹ ਆਨ ਹੁੰਦਾ ਤਾਂ ਥੱਲੇ ਵਾਲੇ ਪਾਸੇ ਜਿਹੜੇ ਸਕਰੂ ਲੱਗੇ ਹੋ ਆ ਉੱਥੋਂ ਹੀ ਇਹ ਤਿੰਨੇ ਫੇਸ ਬਾਹਰ ਨਿਕਲ ਜਾਂਦੇ ਆ। ਜਿਹੜਾ ਫਸਟ ਟਰਮੀਨਲ ਆ ਅਸੀਂ ਉਹਨੂੰ ਆਮ ਤੌਰ ਤੇ ਕੰਟੈਕਟਰ ਨੂੰ ਹੋਲਡ ਕਰਨ ਵਾਸਤੇ ਕੰਟਰੋਲ ਵਾਇਰਿੰਗ ਦੇ ਵਿੱਚ ਯੂਜ਼ ਕਰਦੇ ਆ। ਇਸ ਕੰਟੈਕਟਰ ਦੇ ਵਿੱਚ ਪਿੱਛੇ ਤੁਸੀਂ ਇੱਕ 9 ਵੋਲਟ ਕੋਇਲ ਲੱਗੀ ਦੇਖ ਰਹੇ ਹੋ, ਉਹਦੇ 2 ਪੇਜ ਉੱਪਰਲੇ ਪਾਸੇ ਸਭ ਤੋਂ ਦਿਖਾਈ ਦਿੰਦੇ ਆ। ਇਹਦੀ 220 240 ਵੋਲਟ ਵੀ ਦਿਖਾਈ ਦੇ ਰਹੀ ਸਾਨੂੰ। ਤੇ ਇਹ 2 ਤੀਥ ਹੈਗੇ ਆ, ਇਹ ਪਲਾਸਟਿਕ ਦੇ ਜਾਂ ਹੋਰ ਕਿਸੇ ਮਟੀਰੀਅਲ ਦੇ ਹੁੰਦੇ ਆ, ਜਿਹਨਾਂ ਦੇ ਪਿਛਲੇ ਪਾਸੇ ਸਪਰਿੰਗ ਪੱਤੀਆਂ ਕੁਝ ਕੰਪੋਨੈਂਟਸ ਵਿੱਚ ਜੋੜੇ ਹੁੰਦੇ ਆ। ਮਕੈਨੀਕਲ ਸਿਸਟਮ ਬਣਾਇਆ ਹੋਇਆ ਪਲੰਜਰ ਹੁੰਦਾ ਆ ਜਿਹਨੂੰ 9 ਵੋਲਟ ਕੋਇਲ ਖਿੱਚਦੀ ਆ ਤੇ ਨਾਲੇ ਇਹ ਜਿਹੜੇ ਤੀਥ ਅੰਦਰ ਨੂੰ ਤੇ ਜਦੋਂ ਉਹ ਰਿਲੀਜ਼ ਹੁੰਦੀ ਹੈ ਤੇ ਬਾਹਰ ਨੂੰ ਆਉਂਦੇ ਆ। ਇਸ ਸਿਸਟਮ ਵਿੱਚ ਹੈਗਾ ਆ। ਇਹ ਸਾਡੇ ਕੋਲ ਸਿਰਫ ਐਜ ਏ ਸਵਿਚ ਦਾ ਕੰਮ ਕਰਦਾ ਕੰਟੈਕਟਰ, ਤਿੰਨਾਂ ਫੇਸਾਂ ਨੂੰ ਜੋੜਨਾ ਔਰ ਤੋੜਨਾ। ਕੁਛ ਮੈਂ ਕੰਟੈਕਟਰ ਤੁਹਾਨੂੰ ਹੋਰ ਦਿਖਾਏ ਆ, ਇਹ ਵੱਖਰੇ ਵੱਖਰੀ ਕੰਪਨੀਆਂ ਨੇ ਵੱਖਰੇ ਵੱਖਰੇ ਆਪਣੇ ਜਿਹੜੇ ਸਟਾਰਟਰ ਬਣਾਉਂਦੇ ਆ ਉਹਦੇ ਹਿਸਾਬ ਨਾਲ ਡਿਜ਼ਾਈਨ ਕੀਤੇ ਹੋਏ ਆ।
ਇਸ ਕੰਡਕਟਰ ਦੇ ਵਿੱਚ 4 ਤੁਸੀਂ ਟਰਮੀਨਲ ਦੇਖਦੇ ਆ ਤੇ ਇਹਦੇ ਵਿੱਚ ਤੁਸੀਂ 3 ਦੇਖ ਰਹੇ ਹੋ। ਸਾਨੂੰ ਜਿੱਥੇ ਲੋੜ ਪੈਂਦੀ ਤਿੰਨਾਂ ਦੀ ਆਪਾਂ ਤਿੰਨਾਂ ਨੂੰ ਵਰਤਦੇ ਆ। ਅਗਰ ਸਾਨੂੰ 4 ਦੀ ਲੋੜ ਪਵੇ ਇਹਦੇ ਉੱਪਰਲੇ ਪਾਸੇ ਅਸੀਂ ਇੱਕ ਐਕਸਿਲਰੀ ਕੰਟੈਕਟ ਵੀ ਲਗਾ ਕੇ ਅਸੀਂ ਆਪਣੇ ਕੰਟਰੋਲ ਵਾਇਰਿੰਗ ਨੂੰ ਪੂਰਾ ਕਰ ਸਕਦੇ ਹਾਂ। ਸੋ ਜਿੰਨੀਆਂ ਵੱਖਰੀਆਂ ਵੱਖਰੀਆਂ ਕੰਪਨੀਆਂ ਆਪਣੇ ਹਿਸਾਬ ਨਾਲ ਸਾਰੇ ਵੱਖਰੇ ਵੱਖਰੇ ਡਿਜ਼ਾਈਨ ਤਿਆਰ ਕਰਦੀਆਂ ਆ। ਇਹ ਸਾਰੇ ਖੁੱਲ ਕੇ ਰਿਪੇਅਰ ਹੋ ਜਾਂਦੇ ਆ। ਇਹਦੇ ਅੰਦਰ ਪੱਤੀਆਂ ਜਦੋਂ ਕਰੰਟ ਟੁੱਟਦਾ ਜੁੜਦਾ ਸਪਾਰਕਿੰਗ ਹੁੰਦੀ ਆ ਉਹਨਾਂ ਪੱਤੀਆਂ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਇਹ ਜ਼ਰੂਰੀ ਨਹੀਂ ਕਿ ਆਪਾਂ ਕੰਡਕਟਰ ਹੀ ਚੇਂਜ ਕਰੀਏ। ਅਗਲੀ ਸਲਾਈਡ ਵਿੱਚ ਤੁਹਾਨੂੰ ਦਿਖਾਈ ਦੇ ਰਹੀਆਂ 4 9 ਵੋਲਟ ਕੋਇਲ। ਇਹ ਚਾਰਾਂ ਦਾ ਕੰਮ ਸੇਮ ਆ, ਮੈਗਨੇਟ ਨੂੰ ਚੁੰਬਕ ਨੂੰ ਬਣਾਉਣਾ। ਇਹਨਾਂ ਦਾ ਸਾਰਿਆਂ ਦਾ ਫੰਕਸ਼ਨ ਇੱਕੋ ਹੀ ਆ, ਸਿਰਫ ਇਹ ਤੁਹਾਨੂੰ ਵੱਖਰੇ ਵੱਖਰੇ ਤਾਂ ਦਿਖਾਏ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਵੱਖਰੇ ਵੱਖਰੇ ਡਿਜ਼ਾਈਨ ਵਿੱਚ ਵੱਖਰੇ ਵੱਖਰੇ ਸਟਾਰਟਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ 9 ਵੋਲਟ ਕੋਇਲਾਂ ਹੁੰਦੀਆਂ ਆ। ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਵੀ ਕਿਤੇ ਵੀ ਕੰਡਕਟਰ ਜਾਂ ਸਟਾਰਟਰ ਫਿੱਟ ਕਰਦੇ ਆ ਸਾਨੂੰ ਉਹਦੀ ਕੋਇਲ ਦੀ ਜਿਹੜੀ ਰੇਟਿੰਗ ਹੈਗੀ ਆ ਵੀ ਉਹ ਕਿੰਨੇ ਵੋਲਟ ਦੀ ਕਪੈਸਿਟੀ ਉਹਦੀ ਹੈਗੀ ਆ ਸਾਨੂੰ ਜ਼ਰੂਰ ਸਟੱਡੀ ਕਰਨੀ ਚਾਹੀਦੀ ਆ। ਜਿਸ ਤਰ੍ਹਾਂ ਤੁਹਾਨੂੰ ਇਹ ਕੋਇਲ ਦਿਖ ਰਹੀ ਆ 9 ਵੋਲਟ ਕੋਇਲ 140 ਤੋਂ 240 ਵੋਲਟ ਲਿਖਿਆ ਹੋਇਆ। ਅਗਰ ਅਸੀਂ ਇਸ ਦੇ ਉੱਪਰ 440 ਸਪਲਾਈ ਦੇ ਦਈਏ ਨੇਚਰਲੀ ਇਹ ਸੜ ਜਾਏਗੀ। ਇਸ ਕਰਕੇ ਜਿੰਨੀਆਂ ਵੀ ਕੋਇਲਾਂ ਹੈਗੀਆਂ ਉਹਨਾਂ ਦੇ ਉੱਪਰ ਸਟicker ਜਾਂ ਮਾਰਕਾ ਜ਼ਰੂਰ ਲੱਗਾ ਹੋਏਗਾ ਕਿ ਉਹਦੀ ਕਿੰਨੀ ਕਪੈਸਿਟੀ ਹੈਗੀ ਹੈ ਵੋਲਟੇਜ ਦੀ। ਸੋ ਸਾਨੂੰ ਵੋਲਟੇਜ ਨੂੰ ਪੂਰਾ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਦੀ ਫਿਟਿੰਗ ਕਰਨੀ ਚਾਹੀਦੀ ਹੈ। ਇਹਨਾਂ ਸਾਰੇ ਕੋਇਲਾਂ ਦਾ ਪਲੰਜਰ ਦੇ ਨਾਲ ਨੇੜਤਾ ਹੁੰਦੀ ਆ ਜਿਹੜਾ ਕੰਡਕਟਰ ਦੇ ਵਿੱਚ ਆ। ਜਦੋਂ ਇਹਦੇ 'ਚ ਸਪਲਾਈ ਮਿਲਦੀ ਆ ਮੈਗਨੇਟ ਬਣਦਾ ਉਹ ਲੋਹੇ ਦੇ ਪੀਸ ਨੂੰ ਆਪਣੇ ਵੱਲ ਅਟਰੈਕਟ ਕਰਦੀ ਆ, ਖਿੱਚਦੀ ਆ, ਜਿਸ ਦੇ ਨਾਲ ਉਹਦੇ ਉੱਪਰ ਜਿਹੜੀਆਂ ਪੱਤੀਆਂ ਫਿੱਟ ਕੀਤੀਆਂ ਹੁੰਦੀਆਂ ਕੰਟੈਕਟ ਪੁਆਇੰਟ ਜੋ ਬਣਾਉਣੀਆਂ ਹੈਗੀਆਂ ਉਹ ਖਿੱਚੀਆਂ ਜਾਂਦੀਆਂ। ਉਹਦੇ ਨਾਲ ਸਾਡਾ ਕੰਟੈਕਟਰ ਔਨ ਹੁੰਦਾ ਆ। ਉਸ ਸਮੇਂ ਜਦੋਂ 9 ਵੋਲਟ ਕੋਇਲ ਨੂੰ ਸਪਲਾਈ ਨਹੀਂ ਮਿਲਦੀ ਚੁੰਬਕ ਸ਼ਕਤੀ ਖਤਮ ਹੋ ਜਾਂਦੀ ਆ। ਕੰਡਕਟਰ ਦੇ ਵਿੱਚ ਕੁਝ ਪਲੰਜਰ ਦੇ ਲਾਗੇ ਸਪਰਿੰਗ ਲੱਗੇ ਹੁੰਦੇ ਜੋ ਪਲੰਜਰ ਨੂੰ ਬੈਕ ਸਾਈਡ ਤੇ ਫਿਰ ਧੱਕ ਦਿੰਦੇ ਆ ਤੇ ਉਹਦੇ ਨਾਲ ਸਾਡਾ ਕੰਡਕਟਰ NO ਪੋਜੀਸ਼ਨ ਦੇ ਵਿੱਚ ਆ ਜਾਂਦਾ ਹੈ, ਮਤਲਬ ਕਨੈਕਸ਼ਨ ਟੁੱਟ ਜਾਂਦਾ ਹੈ। ਇੱਥੇ ਅਸੀਂ ਗੱਲ ਕਰਾਂਗੇ ਓਵਰਲੋਡ ਰਿਲੇ ਦੇ ਸੰਬੰਧ ਵਿੱਚ। ਜਿਸ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਕੰਡਕਟਰ ਦੀ MCB ਦੀ 9 ਵੋਲਟ ਕੋਇਲ ਦੀ ਰੇਟਿੰਗ ਆ, ਉੱਥੇ ਇਸ ਓਵਰਲੋਡ ਰਿਲੇ ਦੀ ਵੀ ਰੇਟਿੰਗ ਹੁੰਦੀ ਆ। ਮਤਲਬ ਇਹਦੀ ਕਿੰਨੀ ਕਪੈਸਿਟੀ ਆ ਕਰੰਟ ਸਹਿਣ ਦੀ। ਇਹ ਨਾ ਹੋਵੇ ਅਸੀਂ 10 ਐਂਪੀਅਰ ਦਾ MCB ਲਾਇਆ ਹੋਵੇ, ਸੌਰੀ 10 ਐਂਪੀਅਰ ਦੀ ਆਪਾਂ ਓਵਰਲੋਡ ਰਿਲੇ ਲਾਈ ਹੋਵੇ ਤੇ ਉਹਦੇ ਵਿੱਚੋਂ ਅਸੀਂ 20 ਐਂਪੀਅਰ ਜਾਂ 25 ਐਂਪੀਅਰ ਕ੍ਰਾਸ ਕਰੀਏ ਤਾਂ ਇਹ ਸੜ ਜਾਏਗੀ, ਖਰਾਬ ਹੋ ਜਾਏਗੀ। ਇਸ ਦੇ ਲਈ ਇਹਦੇ ਉੱਪਰ ਤੁਸੀਂ ਫਰੰਟ ਖੱਬੇ ਸਾਥ ਆ ਦੇਖਦੇ ਹੋਗੇ ਚੱਕਰ ਬਲੂ ਜਿਹੜਾ ਹੈਗਾ ਆ ਇਹਦੇ ਉੱਪਰ ਅੰਕਿਤ ਕੀਤੇ ਹੋਏ ਆ ਐਂਪੀਅਰ ਸੈਟਿੰਗ ਇਹਦੀ 10 ਐਂਪੀਅਰ 11 12 13 14 ਜਿੰਨੇ ਵੀ ਐਂਪੀਅਰ ਤੁਹਾਨੂੰ ਚਾਹੀਦੇ ਆ ਉਸ ਐਂਪੀਅਰ ਦੇ ਲਾਗੇ ਦੀ ਅਸੀਂ ਰਿਲੇ ਲੈਣੀ ਆ ਜਾਂ ਜਿੱਥੋਂ ਦੁਕਾਨ ਤੋਂ ਪਰਚੇਜ ਕਰਨਾ ਉਹਨੂੰ ਦੱਸਣਾ ਕਿ ਅਸੀਂ ਇੰਨੇ HP ਦੀ ਮੋਟਰ ਲਗਾਣੀ ਆ, ਉਹਨੂੰ ਇਹ ਜਿਹੜੀ ਰਿਲੇ ਫਿੱਟ ਕਰਨੀ ਆ ਸਾਨੂੰ ਉਹਦੇ ਅਕੋਰਡਿੰਗਲੀ ਉਹਦੇ ਕਰੰਟ ਦੇ ਅਕੋਰਡਿੰਗਲੀ ਸਾਨੂੰ ਰਿਲੇ ਉੱਥੋਂ ਮਿਲੇਗੀ। ਉਹਦਾ ਅਸੀਂ ਟਾਈਮ ਸੈੱਟ ਐਂਪੀਅਰ ਸੈੱਟ ਕਰਾਂਗੇ ਕਨੈਕਸ਼ਨ ਕਰਨ ਵੇਲੇ, ਫਿਰ ਅਸੀਂ ਮੋਟਰ ਨੂੰ ਚਲਾਵਾਂਗੇ। ਇਹਦੇ ਵਿੱਚ ਹੁੰਦਾ ਕੀ ਆ ਬਾਈ ਮੈਟੈਲਿਕ ਸਟ੍ਰਿਪ ਦੋ ਵੱਖਰੀ ਵੱਖਰੀ ਧਾਤਾਂ ਦੀ ਹੁੰਦੀ ਹੈ ਜਿਹਨੂੰ ਇਹਦੇ ਵਿੱਚ ਇੰਸਟਾਲ ਕੀਤਾ ਹੁੰਦਾ ਆ। ਜਦੋਂ ਐਕਸੈਸਿਵ ਕਰੰਟ ਉਹਦੇ ਵਿੱਚੋਂ ਫਲੋ ਕਰਦਾ ਤਾਂ ਉਹ ਫੈਲਦੀ ਆ। ਅੰਦਰ ਮਕੈਨੀਕਲ ਸਿਸਟਮ ਹੋਣ ਕਰਕੇ ਜਦੋਂ ਉਹ ਸੈਂਸ ਉਹਨੂੰ ਕਰਦਾ ਆ ਵੀ ਇਹਦੇ ਵਿੱਚ ਜ਼ਿਆਦਾ ਕਰੰਟ ਨਿਕਲਦਾ, ਜਦੋਂ ਉਹ ਆਪਣੀ ਜਗ੍ਹਾ ਤੋਂ ਫੈਲ ਕੇ ਅੱਗੇ ਨੂੰ ਮਕੈਨੀਕਲ ਸਿਸਟਮ ਨੂੰ ਸਿਗਨਲ ਦਿੰਦੀ ਆ। ਇਹਦੇ ਵਿੱਚ ਇਹ ਰੈੱਡ ਕਲਰ ਦੇ ਬੈਕ ਸਾਈਡ ਦੇ ਉੱਪਰ ਇੱਕ
NC ਪੁਆਇੰਟ ਬਣਿਆ ਹੋਇਆ ਉਹਨੂੰ ਕਮਾਂਡ ਮਿਲਦੀ ਆ ਤੇ ਉਹ ਉਸ ਸਮੇਂ ਅਬਨੋਰਮਲ ਸਮੇਂ NC ਤੋਂ NO ਬਣ ਜਾਂਦਾ। ਮਤਲਬ ਜਿਹੜੀ ਅਸੀਂ ਕੰਟਰੋਲ ਵਾਇਰਿੰਗ ਦੇ ਵਿੱਚ ਇੱਥੋਂ ਤਾਰ ਨੋ ਵੋਲਟ ਕੋਇਲ ਨੂੰ ਲੈ ਕੇ ਜਾਂਦੇ ਆ, ਉਹਦਾ ਸਿਗਨਲ ਟੁੱਟ ਜਾਂਦਾ, ਉਹਨੂੰ ਸਪਲਾਈ ਮਿਲਣੀ ਬੰਦ ਹੋ ਜਾਂਦੀ ਆ। ਇਹਦੇ ਨਾਲ ਸਾਡੀ ਜਿਹੜੀ ਮੋਟਰ ਚੱਲਦੀ ਸੀ ਉਹ ਬੰਦ ਹੋ ਜਾਂਦੀ ਆ ਤੇ ਮੋਟਰ ਦਾ ਬਚਾਅ ਹੋ ਜਾਂਦਾ ਆ, ਮੋਟਰ ਛੱਡਦੀ ਨਹੀਂ। ਇਹਦੇ ਅਗਲੀ ਵਿੱਚ ਤੁਸੀਂ ਦੇਖਦੇ ਆ 2 ਪੁਆਇੰਟ NC ਆ ਤੇ ਇਹ NO ਆ। ਇਹ ਸਾਡੇ ਜਦੋਂ ਅਸੀਂ ਫਿੱਟ ਕਰਦੇ ਆ ਆਮ ਸਟਾਰਟਰਾਂ ਦੇ ਵਿੱਚ ਬਾਹਰਲੇ ਪਾਸਿਓਂ ਹੀ ਔਨ ਆਫ ਦਾ ਕੰਮ ਇਹ ਕਰਦੀ ਹੈ। ਇਹਦੇ ਵਿੱਚ ਵੀ ਤੁਸੀਂ ਦੇਖੋ ਰੈੱਡ ਵਾਲਾ ਹੈਗਾ ਤੇ ਗ੍ਰੀਨ ਵਾਲਾ ਹੈਗਾ, ਇਹ ਇੱਕ NC ਆ ਤੇ ਇੱਕ NO ਹੈਗਾ ਆ। ਜਦੋਂ ਕੰਟੈਕਟਰ ਚੋਂ ਇਹਨਾਂ ਤਿੰਨਾਂ ਨੂੰ ਸਪਲਾਈ ਮਿਲਦੀ ਆ ਤੇ ਥੱਲੇ ਵਾਲੇ ਪਾਸੇ ਤੁਸੀਂ ਦੇਖਦੇ 3 ਇੱਥੋਂ ਤਿੰਨੇ ਫੇਸ ਸਾਡੇ ਬਾਹਰ ਆਉਂਦੇ ਆ ਜਿਹੜੇ ਅਸੀਂ ਮੋਟਰ ਨੂੰ ਦਿੰਦੇ ਆ। ਇਹ ਬੜੀ ਸੈਂਸਿਟਿਵ ਡਿਵਾਈਸ ਹੁੰਦੀ ਆ, ਜੇ ਅਸੀਂ ਇਹਨੂੰ ਸੈਟਿੰਗ ਇਹਦੀ ਗਲਤ ਕਰ ਦਈਏ ਤਾਂ ਮੋਟਰ ਸਾਡੀ ਸੜ ਸਕਦੀ ਆ। ਇਸ ਕਰਕੇ ਕੋਈ ਵੀ ਇਲੈਕਟ੍ਰੀਸ਼ੀਅਨ ਜਦੋਂ ਕਿਤੇ ਮੋਟਰ ਦੀ ਦੇਖਭਾਲ ਕਰਨ ਜਾਂਦਾ ਜਾਂ ਰਿਪੇਅਰ ਕਰਨ ਜਾਂਦਾ ਜਾਂ ਸਟਾਰਟਰ ਨੂੰ ਰਿਪੇਅਰ ਕਰਦਾ, ਉਦੋਂ ਇਹਦੇ ਅੰਪੇਅਰ ਕਿੱਥੇ ਸੈੱਟ ਕੀਤੇ ਹੋ ਤੇ ਮੋਟਰ ਦੇ ਕਿੰਨੇ ਅੰਪੇਅਰ ਹੈਗੇ ਆ ਉਹਨੂੰ ਜ਼ਰੂਰ ਧਿਆਨ 'ਚ ਰੱਖੇ। ਇਹ ਨਾ ਹੋਵੇ ਇਹਦੀ ਸੈਟਿੰਗ ਨੂੰ ਫੁੱਲ ਕਰ ਦੇਵੇ, ਕੁਝ ਸਮਾਂ ਇਦਾਂ ਦਾ ਆਵੇ ਜਦੋਂ ਮੋਟਰ ਦੇ ਬੈਰਿੰਗ ਖਰਾਬ ਹੁੰਦੇ ਜਾਂ ਕੋਈ ਹੋਰ ਫਾਲਟ ਪੈਂਦਾ ਆ ਤੇ ਮੋਟਰ ਅੰਪੇਅਰ ਵੱਧ ਲਵੇ ਤੇ ਸਾਡੀ ਇਹ ਰਿਲੇ ਕੰਮ ਨਾ ਕਰੇ, ਉਸ ਸਮੇਂ ਸਾਡੀ ਮੋਟਰ ਖਰਾਬ ਹੋ ਜਾਏਗੀ। ਇਸ ਤੋਂ ਅੱਗੇ ਸਾਡੇ ਕੋਲ ਆਉਂਦੇ ਔਨ ਆਫ ਸਵਿਚ। ਇਹ ਰੈੱਡ ਕਲਰ ਤੇ ਗ੍ਰੀਨ ਕਲਰ 'ਚ ਤੁਸੀਂ ਦੇਖ ਰਹੇ ਹੋ, ਵੱਖਰੀ ਵੱਖਰੀ ਕੰਪਨੀਆਂ ਦੇ ਹੈਗੇ ਆ। ਰੈੱਡ ਤੋਂ ਸਾਨੂੰ ਪਹਿਲੇ ਪਤਾ ਲੱਗਦਾ ਵੀ ਬੰਦ ਕਰਨੇ ਵਾਲਾ ਤੇ ਗ੍ਰੀਨ ਤੋਂ ਆਪਾਂ ਚਲਾਵਾਂਗੇ। ਇਹਦੀ ਬੈਕ ਸਾਈਡ ਦੇ ਉੱਪਰ NO NC ਪੁਆਇੰਟ ਆ, ਉਹਨਾਂ ਪੁਆਇੰਟਾਂ ਦੀ ਵਰਤੋਂ ਕਰਕੇ ਅਸੀਂ ਕੰਟਰੋਲ ਵਾਇਰਿੰਗ ਦੇ ਵਿੱਚ ਇਹਨਾਂ ਦੀ ਵਰਤੋਂ ਕਰਦੇ ਆ ਸਟਾਰਟਰ ਨੂੰ ਚਲਾਉਣ ਵਾਸਤੇ। ਕੁਝ ਜਿਹੜੇ ਇਹ ਪੁਸ਼ ਬਟਨ ਹੈਗੇ ਆ ਮਾਰਕੀਟ 'ਚ ਆ ਰਹੇ, ਉਹਨਾਂ ਦੇ ਵਿੱਚ ਹੀ ਇੰਡੀਕੇਟਰ ਦਾ ਪੁਆਇੰਟ ਹੁੰਦੇ ਆ ਤੇ ਕੁਝ ਉਸ ਤੋਂ ਸਿੰਪਲ ਆ। ਇਸ ਤਰ੍ਹਾਂ ਜਿਹੜੀ ਵੱਖਰੀ ਵੱਖਰੀ ਵੈਰਾਈਟੀ ਆ ਥੱਲੇ ਵਾਲੇ ਪਾਸੇ ਤੁਸੀਂ ਦੇਖਦੇ ਆ ਕੁਝ ਸਾਨੂੰ ਇਹ ਦਿਖਾਈ ਦੇ ਰਹੇ ਇਸ ਵਿੱਚ। ਇਸ ਤੋਂ ਗਏ ਐਗਜ਼ਿਲਰੀ ਕੰਟੈਕਟ। ਜਿੱਦਾਂ ਪਹਿਲਾਂ ਅਸੀਂ ਗੱਲ ਕੀਤੀ ਸੀ ਇੱਕ ਕੰਟੈਕਟਰ ਦੇ 3 ਪੁਆਇੰਟ ਆ, ਉੱਥੇ ਇਹਨੂੰ ਅਸੀਂ ਫਿੱਟ ਕਰਕੇ ਇਹਨੂੰ ਹੋਲਡ ਕਰਨ ਵਾਸਤੇ ਯੂਜ਼ ਕਰ ਸਕਦੇ ਆ ਸਟਾਰਟਰ ਨੂੰ ਚਲਾਉਣ ਲਈ। ਇਹਦੀ ਸਟਾਰ ਡੈਲਟਾ ਸਟਾਰਟਰ ਦੇ ਵਿੱਚ ਜਾਂ ਹੋਰ ਕੋਈ ਵੀ ਆਪਾਂ ਇੰਟਰਲੋਕਿੰਗ ਕਰਦੇ ਕਿਤੇ, ਉਹਨਾਂ ਦੇ ਵਿੱਚ ਬਹੁਤ ਲੋੜ ਪੈਂਦੀ ਆ ਐਗਜ਼ਿਲਰੀ ਕੰਟੈਕਟ ਦੀ। ਅੱਗੇ ਹੈ ਇਸ ਸਲਾਈਡ ਵਿੱਚ ਅੰਪੇਅਰ ਮੀਟਰ ਅਤੇ ਵੋਲਟ ਮੀਟਰ। ਇਸ ਅੰਪੇਅਰ ਮੀਟਰ ਅਤੇ ਵੋਲਟ ਮੀਟਰ ਦੀ ਵੀ ਰੇਟਿੰਗ ਹੁੰਦੀ ਆ। ਜੇ ਅਸੀਂ ਕੋਈ 10 ਅੰਪੇਅਰ ਮੋਟਰ ਕੋ ਲੈਂਦੀ ਹੈ ਜਾਂ 20 ਅੰਪੇਅਰ ਮੋਟਰ ਲੈਂਦੀ ਆ, ਉੱਥੇ ਇਹ ਨਹੀਂ ਹੈ ਕਿ ਅਸੀਂ 100 ਜਾਂ 150 ਅੰਪੇਅਰ ਦਾ ਕੋਈ ਅੰਪੇਅਰ ਮੀਟਰ ਲਾ ਦਈਏ। ਸਾਨੂੰ ਉਹਦੇ ਅਕੋਰਡਿੰਗਲੀ ਹੀ ਜਿਹੜੀ ਸਕੇਲ ਹੈਗੀ ਆ ਉਹ ਵੱਡੀ ਚਾਹੀਦੀ ਆ। ਜੇ 20 ਅੰਪੇਅਰ ਲੈਂਦੀ ਹੈ ਉੱਥੇ 40-50 ਅੰਪੇਅਰ ਦਾ ਕੋਈ MCB ਲਾ ਦਿਓ, ਸੌਰੀ ਅੰਪੇਅਰ ਮੀਟਰ ਲਾ ਦਿਓ, ਕਿਉਂਕਿ ਜਿੰਨਾ ਅੰਪੇਅਰ ਘੱਟ ਹੋਣਗੇ ਤੇ ਸਕੇਲ ਵੱਡੀ ਹੋਏਗੀ ਤੇ ਸਾਨੂੰ ਉਹਦੇ ਅੰਪੇਅਰ ਪੜ੍ਹਨ 'ਚ ਦਿੱਕਤ ਆਏਗੀ। ਇਸ ਤਰ੍ਹਾਂ ਹੀ ਜਿਹੜੀ ਸਿੰਗਲ ਫੇਸ ਵਾਸਤੇ 300 ਅੰਪੇਅਰ ਵੋਲਟ, 3 ਫੇਸ ਲਈ 500 ਵੋਲਟ ਦਾ ਵੋਲਟ ਮੀਟਰ ਸਾਨੂੰ ਵਰਤਣਾ ਚਾਹੀਦਾ ਆ। ਇਹ ਕੁਛ ਮੈਂ ਤੁਹਾਨੂੰ ਡਿਊਅਲ ਸਟਾਰਟਰ ਦਾ ਇੰਟਰਨਲ ਕਿੱਦਾਂ ਸੈਟਿੰਗ ਹੋਈ ਆ ਸਟਾਰਟਰ ਦੇ, ਜਿਹੜੇ ਸਿੰਪਲ ਆਮ ਸਾਡੇ ਮਾਰਕੀਟ 'ਚ ਵਿਕਦੇ ਹੈਗੇ ਆ, ਉਹ ਸ਼ੇਅਰ ਕੀਤੇ ਤੁਹਾਡੇ ਨਾਲ। ਸਭ ਤੋਂ ਮਹੱਤਵਪੂਰਨ ਕੰਮ ਇਹਦਾ ਪਾਵਰ ਵਾਇਰਿੰਗ ਡਾਇਗਰਾਮ, ਜੋ ਕਿ ਬਹੁਤ ਹੀ ਸਿੰਪਲ ਹੈਗੀ ਆ। ਜਿੱਥੇ ਇਹ ਆਪਾਂ ਡਿਊਅਲ ਸਟਾਰਟਰ ਵਰਤਦੇ ਆ ਡਾਇਰੈਕਟ ਆਨਲਾਈਨ, ਪਰ ਇਹਦੀ ਇੱਕ ਲਿਮਟ ਆ, ਇਹ ਨਹੀਂ ਹੈਗਾ ਆਪਾਂ ਹਰੇਕ ਜਗ੍ਹਾ ਨੂੰ ਵਰਤਾਂਗੇ। ਇਹ ਸਿਰਫ ਸਾਡੀਆਂ ਮੋਟਰਾਂ ਜਿਹੜੀਆਂ 5 HP ਤੱਕ ਹੈਗੀਆਂ ਉਹਨਾਂ ਦੇ ਲਈ ਵਰਤਦੇ ਆ। ਅੱਗੇ ਤੁਹਾਨੂੰ ਡਿਸਕਸ ਕਰਾਂਗੇ ਤੇ ਅੱਗੇ ਕਿਉਂ ਅਸੀਂ ਇਹਨਾਂ ਨੂੰ ਨਹੀਂ ਵਰਤਣਾ, ਤੁਹਾਨੂੰ ਆਪਣੇ ਸਮਝ ਲੱਗ ਜਾਣਾ ਉਹਦੇ ਵਿੱਚੋਂ।
ਪਾਵਰ ਵਾਇਰਿੰਗ ਡਾਇਗਰਾਮ ਦੇ ਵਿੱਚ ਤੁਸੀਂ ਇੱਕ ਨਿਊਟਰਲ ਦੇਖਦੇ ਪਏ ਹੋ ਕਿ ਉੱਥੇ ਲੋਡ ਪੈਂਦੀ ਆ ਜਿੱਥੇ ਸਾਡੇ ਕੋਲ ਜਿਹੜੀ 9 ਵੋਲਟ ਕੋਇਲ ਆ ਉਹ ਸਿੰਗਲ ਫੇਸ ਦੀ ਹੋਵੇ, 230-40 ਵੋਲਟ ਦੀ ਹੋਵੇ, ਉੱਥੇ ਆਪਾਂ ਨਿਊਟਰਲ ਦਵਾਂਗੇ। ਅਦਰਵਾਈਜ਼ ਜੇ 440 ਵੋਲਟ ਦੀ ਕੋਇਲ ਹੋਵੇ ਤਾਂ ਆਪਾਂ 2 ਫੇਸ ਲੈ ਕੇ ਵੀ ਕੰਮ ਚਲਾ ਸਕਦੇ ਹਾਂ। ਤਿੰਨੇ ਫੇਸ ਕੰਟੈਕਟਰ ਨੂੰ ਗਏ, ਕੰਟੈਕਟਰ ਤੋਂ ਰਿਲੇ ਦੇ ਥਰੂ ਹੁੰਦੇ ਹੋਏ ਮੋਟਰ ਨੂੰ। ਇਹ ਤਾਂ ਸਿਰਫ ਪਾਵਰ ਵਾਇਰਿੰਗ ਡਾਇਗਰਾਮ ਆ, ਬਹੁਤ ਹੀ ਈਜ਼ੀ ਆ। MCB ਲਾਓ, MC ਦੀ ਆਊਟਪੁੱਟ ਕੱਢੋ, ਕੰਟੈਕਟਰ ਨੂੰ ਦੇ ਦਿਓ, ਕੰਟੈਕਟਰ ਦੀ ਆਊਟਪੁੱਟ ਓਵਰਲੋਡ ਰਿਲੇ ਨੂੰ, ਓਵਰਲੋਡ ਰਿਲੇ ਤੋਂ ਸਾਡੀ ਮੋਟਰ ਨੂੰ ਚੱਲ ਜਾਏਗੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੰਟਰੋਲ ਵਾਇਰਿੰਗ ਡਾਇਗਰਾਮ। ਜਦੋਂ ਸਟਾਰਟ ਕਰਨ ਵਾਲੇ ਪੁਸ਼ ਬਟਨ ਨੂੰ ਦਬਾਇਆ ਜਾਂਦਾ ਆ ਤਾਂ 9 ਵੋਲਟ ਕੋਇਲ ਜਿਹੜੀ ਆ ਉਹ 'ਚ ਚੁੰਬਕ ਬਣ ਜਾਂਦੀ ਆ, ਮੈਗਨੇਟ ਬਣ ਜਾਂਦੀ ਆ, ਜੋ ਪਲੰਜਰ ਨੂੰ ਖਿੱਚਦੀ ਆ, ਜੋ ਇਹ ਕੰਟੈਕਟਰ ਦੇ ਵਿੱਚ ਹੁੰਦਾ ਲੱਗਾ ਵਾ। ਸਾਰੇ ਇਹਨਾਂ NO ਪੁਆਇੰਟਾਂ ਨੂੰ ਉਹ NC ਬਣਾ ਦਿੰਦੀ ਆ, ਜਿਹਦੇ ਨਾਲ ਓਵਰਲੋਡ ਰਿਲੇ ਦੇ ਦੁਆਰਾ ਮੋਟਰ ਤੱਕ ਸਪਲਾਈ ਚੱਲ ਜਾਂਦੀ ਆ। ਇਸ ਸਮੇਂ ਦੌਰਾਨ ਤੁਸੀਂ 13-14 ਪੁਆਇੰਟ ਜਿਹੜਾ ਆ NC ਬਣ ਜਾਂਦਾ ਆ, ਜੋ ਇਹਨੂੰ ਹੋਲਡ ਕਰਦਾ ਕੰਮ ਕਰਦਾ ਹੈਗਾ। ਹੁਣ ਮੈਂ ਤੁਹਾਨੂੰ ਜਿਹੜਾ ਹੋਰ ਵਿਸਤਾਰ ਨਾਲ ਦੱਸਦਾ। ਇਹ ਦੇਖੋ L1 L2 L3 ਜਿਹੜੇ ਆ ਇਹ 3 ਫੇਸ ਦੇਣੇ ਆ, ਤਿੰਨੇ ਮੋਟਰ ਤੱਕ ਚੱਲ ਜਾਣੇ ਆ, ਜੋ ਅਸੀਂ ਪਾਵਰ ਵਾਇਰਿੰਗ ਡਾਇਗਰਾਮ 'ਚ ਦੇਖੇ ਸੀ। ਹੁਣ A1 A2 ਜਿਹੜੀ ਹੈਗੀ ਆ ਇਹ 9 ਵੋਲਟ ਕੋਇਲ ਦੇ ਟਰਮੀਨਲ ਹੈਗੇ ਆ। ਹੁਣ ਅਸੀਂ ਇੱਥੋਂ L3 ਤੋਂ ਇੱਕ ਫੇਸ ਲਿਆ, ਸਟਾਪ ਬਟਨ ਜਿਹੜਾ ਸਾਡਾ ਉਹਦੇ ਥਰੂ ਹੁੰਦਾ ਹੋਇਆ ਓਵਰਲੋਡ ਰਿਲੇ ਦੇ NC ਪੁਆਇੰਟ ਦੇ ਵਿੱਚੋਂ ਹੁੰਦਾ ਹੋਇਆ 95 ਤੇ 14 ਨੰਬਰ ਦੇ ਵਿਚਕਾਰ ਲੱਗਾ ਹੋਇਆ। ਹੁਣ 14 ਤੋਂ 13 ਦੇ ਵਿਚਕਾਰ ਕੋਈ ਕਨੈਕਸ਼ਨ ਨਹੀਂ ਜਦੋਂ ਆਪਾਂ ਇਹਨੂੰ ਸਟਾਰਟ ਨਹੀਂ ਕੀਤਾ। ਇਹ ਇੱਥੋਂ 14 ਨੰਬਰ ਤੋਂ ਸਾਡੇ ਸਟਾਰਟ ਕਰਨ ਵਾਲੇ ਬਟਨ ਦੇ ਪੁਸ਼ ਬਟਨ ਤੇ ਜਾਂਦੀ ਹੈ ਸਪਲਾਈ। ਇਹ ਤੋਂ ਬਾਅਦ A2 9 ਵੋਲਟ ਕੋਇਲ ਦੇ, A1 ਨੂੰ ਸਾਡਾ ਨਿਊਟਰਲ ਪਹਿਲੇ ਮਿਲਦੀ ਪਈ ਆ। ਜਦੋਂ ਅਸੀਂ ਇਹਨੂੰ ਦੱਬਾਂਗੇ, ਪ੍ਰੈਸ ਕਰਾਂਗੇ, 9 ਵੋਲਟ ਕੋਇਲ ਨੂੰ ਸਪਲਾਈ ਮਿਲ ਜਾਣੀ ਆ। ਉਹਦੇ ਨਾਲ ਕੀ ਹੋਣਾ, ਕੰਟੈਕਟਰ ਦੇ ਵਿੱਚ ਮੈਗਨੇਟ ਬਣ ਜਾਣਾ। ਇਹ 13 ਤੇ 14 ਉਸ ਵੇਲੇ NC ਬਣ ਜਾਣੇ ਆ। ਜਦੋਂ ਅਸੀਂ ਇਹਨੂੰ ਛੱਡਣਾ ਬੈਕ, ਇਹ ਕੰਟੈਕਟਰ ਟੁੱਟ ਜਾਣਾ ਆ ਤੇ ਇੱਧਰ ਇਹ ਉਸੇ ਸਮੇਂ ਬਣ ਜਾਣਾ। ਤੁਸੀਂ ਇੱਥੋਂ ਦੇਖਦੇ ਹੋਵੋਗੇ A2 ਨੂੰ ਸਪਲਾਈ ਕਿੱਥੋਂ ਮਿਲਦੀ ਹੈ, 13 ਔਰ 14 ਨੰਬਰ ਤੋਂ ਮਿਲਣੀ ਸ਼ੁਰੂ ਹੋ ਜਾਣੀ ਆ। ਅੱਗੇ ਕੰਪਲੀਟ ਸਰਕਟ ਹੋਇਆ ਹੈ। ਇਸ ਤਰ੍ਹਾਂ ਇਹ DO ਸਟਾਰਟਰ ਸਾਡਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਅਸੀਂ ਸਟਾਪ ਵਾਲਾ ਬਟਨ ਨਹੀਂ ਪ੍ਰੈਸ ਕਰਦੇ। ਜਦੋਂ ਕਦੇ ਓਵਰਲੋਡ ਹੁੰਦੀ ਆ, ਰਿਲੇ ਕਰੰਟ ਜ਼ਿਆਦਾ ਨਿਕਲਦਾ, ਫਿਰ ਕੀ ਹੁੰਦਾ, ਉਸ ਵੇਲੇ ਆਪਣੇ ਆਪ 95 ਤੇ 96 ਨੂੰ ਬ੍ਰੇਕ ਕਰ ਦਿੰਦੀ ਆ, ਜਿਹਦੇ ਨਾਲ 9 ਵੋਲਟ ਕੋਇਲ ਨੂੰ ਸਪਲਾਈ ਮਿਲਣੀ ਫਿਰ ਬੰਦ ਹੋ ਜਾਂਦੀ ਆ, ਸਾਡੀ ਮੋਟਰ ਬਚ ਜਾਂਦੀ। ਹੁਣ ਰਿਮੋਟ ਕੰਟਰੋਲ ਆਫ DO ਸਟਾਰਟਰ ਦੀ ਡਿਸਕਸ ਕਰਦੇ ਆਪਾਂ। ਸਾਡੇ ਬਹੁਤ ਸਾਰੀਆਂ ਫੈਕਟਰੀਆਂ ਵਿੱਚ, ਘਰਾਂ ਵਿੱਚ ਵੀ, ਜਿੱਥੇ ਅਸੀਂ ਮੋਟਰਾਂ ਕੋਈ 3 ਫੇਸ ਜਾਂ ਕਿਤੇ ਆਪਣੇ ਜਗ੍ਹਾ ਤੇ ਕਿਤੇ ਵਰਤੀਆਂ ਹੋਈਆਂ, ਉਹਨਾਂ ਸਾਨੂੰ ਲੋੜ ਪੈਂਦੀ ਆ ਵੀ ਜਿੱਥੇ ਮੋਟਰ ਲੱਗੀ ਹੋਈ ਆ ਉੱਥੇ ਨੂੰ ਅਸੀਂ ਨਾ ਜਾਈਏ। ਅਸੀਂ ਆਪਣੇ ਕਿਚਨ ਦੇ ਵਿੱਚੋਂ ਹੀ, ਅਸੀਂ ਆਪਣੇ ਕਿਤੇ ਦਫ਼ਤਰ ਦੇ ਵਿੱਚੋਂ ਹੀ ਉਹਨੂੰ ਕੰਟਰੋਲ ਕਰ ਲਈਏ। ਬਹੁਤ ਈਜੀ ਫੰਡਾ ਹੈਗਾ ਇਹ। ਫੇਜ਼ ਓਵਰਲੋਡ ਰਿਲੇ ਕੰਟੈਕਟਰ ਦੇ ਥਰੂ ਹੁੰਦਾ ਹੋਇਆ, ਇੱਥੇ ਦੇਖੋ ਤੁਸੀਂ ਪੁਸ਼ ਬਟਨ ਲੱਗਾ NC। ਇਸ ਤੋਂ ਬਾਅਦ ਅੱਗੇ ਇੱਧਰ ਵੀ ਰਿਮੋਟ ਵਾਲਾ NC ਪੁਆਇੰਟ ਹੈਗਾ। ਜੇ ਅਸੀਂ ਸਟਾਰਟ ਦੀ ਗੱਲ ਕਰੀਏ, ਇਹ ਸਟਾਰਟ ਪੁਸ਼ ਬਟਨ ਸਾਡਾ, ਇਹ ਕੰਡਕਟਰ ਦਾ, ਇਹ ਅਸੀਂ ਫਿਰ ਸਟਾਰਟ ਲਾਇਆ। ਹੁਣ ਇਹ 'ਚ ਕੀ ਸਾਨੂੰ ਦੇਖਣ 'ਚ ਆਦਾ ਤੇ NC ਪੁਆਇੰਟ ਜਿਹੜੇ ਹੈਗੇ ਉਹ ਹਮੇਸ਼ਾ ਸੀਰੀਜ਼ ਵਿੱਚ ਤੇ NO ਪੁਆਇੰਟ ਜਿਹੜੇ ਹੈਗੇ ਹਮੇਸ਼ਾ ਪੈਰਲਲ ਵਿੱਚ। ਸੋ ਸੌਖੇ ਜਿਹੇ ਤਰੀਕੇ ਦੇ ਨਾਲ ਅਸੀਂ ਜਿਹੜਾ NC ਪੁਆਇੰਟ ਲਾਣਾ ਆ, ਜਿਹੜਾ ਬੰਦ ਕਰਨ ਵਾਲਾ ਸਵਿਚ ਲਗਾਉਣਾ ਆ, ਉਹ ਹਮੇਸ਼ਾ ਪਹਿਲਾਂ ਸਟਾਰਟਰ ਵਿੱਚ ਲੱਗੇ ਹੋਏ NC ਪੁਆਇੰਟ ਦੇ ਸੀਰੀਜ਼ ਵਿੱਚ ਲਗਾਉਣਾ ਆ। ਜਿੰਨੇ ਮਰਜ਼ੀ ਲਗਾ ਲਓ, ਪਰ ਸਾਰੇ ਉਹ NC ਪੁਆਇੰਟ ਸੀਰੀਜ਼ ਵਿੱਚ ਹੋਣੇ ਚਾਹੀਦੇ ਆ। ਇਸੇ ਤਰ੍ਹਾਂ ਜਿਹੜੇ ਸਟਾਰਟ ਕਰਨ ਵਾਲੇ ਸਵਿਚ ਹੈਗੇ ਸਾਡੇ ਕੰਡਕਟਰ 'ਚ ਜੋ ਲੱਗਾ ਹੈਗਾ, ਉਹਦੇ ਪੈਰਲਲ ਵਿੱਚ ਤੁਸੀਂ ਚਾਹੇ 10 ਚਾਹੇ 20 ਜਿੰਨੇ ਮਰਜ਼ੀ ਪੁਸ਼ ਬਟਨ ਲਗਾ ਲਓ ਔਨ ਕਰਨ ਵਾਸਤੇ, ਤਾਂ ਉਹ ਹਮੇਸ਼ਾ ਸਾਰੇ ਕੀ ਆ, ਪੈਰਲਲ ਲੱਗਣੇ ਆ। ਆਫ ਕਰਨ ਵਾਲੇ ਸੀਰੀਜ਼ ਵਿੱਚ ਤੇ ਸਟਾਰਟ ਕਰਨ ਵਾਲੇ ਪੈਰਲਲ।
ਇਹਦੇ ਨਾਲ ਅਸੀਂ ਆਪਾਂ ਰਿਮੋਟ ਕੰਟਰੋਲ ਕਰ ਸਕਦੇ ਹਾਂ। ਇਹ ਕੁਝ ਦੱਸਿਆ ਹੋਇਆ ਡੀਵਲ ਸਟਾਰਟਰ ਤੁਹਾਡਾ ਕਿਤੇ ਬਾਹਰ ਲੱਗਾ ਹੋਇਆ, ਇਹ ਪੁਸ਼ ਬਟਨ ਤੁਹਾਡੇ ਉਸੋਂ ਤਾਰਾਂ ਅਸੀਂ 4 ਲੈਣੀਆਂ ਸੀ, ਜਿੱਥੇ ਮਰਜ਼ੀ ਦੀ ਤੁਸੀਂ ਵਰਤੋਂ ਕਰ ਲਓ, ਜਿਹੜੀ ਮਰਜ਼ੀ ਲੋਕੇਸ਼ਨ ਦੇ ਉੱਪਰ ਤੁਸੀਂ ਇਹਨੂੰ ਫਿੱਟ ਕਰ ਸਕਦੇ ਆ। ਇਹ ਸਪਲਾਈ ਕੇ ਮੋਟਰ ਵਿੱਚ ਆਤੀ ਹੈ। ਅੱਗੇ ਮੋਟਰ ਦੇ ਵਿੱਚ ਇਹ ਟਰਮੀਨਲ ਆ, ਇਹ 6 ਟਰਮੀਨਲ ਆਪਾਂ ਸਟਾਰ ਡੈਲਟਾ ਸਟਾਰਟਰ ਵਗੈਰਾ 'ਚ ਯੂਜ਼ ਕਰਦੇ ਹਾਂ। ਇੱਧਰ ਅਸੀਂ ਸ਼ਾਰਟ ਕੀਤੇ ਹੋਏ 3 ਫੇਸ ਸਪਲਾਈ ਡਾਇਰੈਕਟ ਦਿੱਤੀ ਹੋਈ ਆ। ਇਹ ਸਟਾਰ ਬਣਾਉਣਾ ਜਾਂ ਡੈਲਟਾ ਬਣਾਉਣਾ ਜਾਂ ਕਿਸ ਤਰ੍ਹਾਂ ਵਰਤੋਂ ਕਰ ਰਹੀਆਂ, ਉਹਦੇ ਲਈ ਇਹ ਟਰਮੀਨਲ ਸਾਰੇ ਸਥਾਪਿਤ ਕੀਤੇ ਨੇ। ਪਰ ਮੇਨ ਗੱਲ ਇੱਥੇ ਕੀ ਧਿਆਨ ਵਿੱਚ ਰੱਖਣੀ ਆਪਾਂ, ਜਦੋਂ ਵੀ ਅਸੀਂ ਇਹਨਾਂ ਦੇ ਕਨੈਕਸ਼ਨ ਕਰਨੇ ਆ, ਸਾਰੇ ਕਨੈਕਸ਼ਨ ਨੀਟ ਤੇ ਕਲੀਨ ਟਾਈਟ ਐਨ ਪੂਰੇ ਹੋਣੇ ਚਾਹੀਦੇ ਆ। ਕਿਤੇ ਇਹ ਨਾ ਹੋਵੇ ਵਾਇਰ ਨੂੰ ਵੱਢਣ ਸਮੇਂ ਸਾਡੇ ਜਿਹੜੇ ਸਟੈਂਡਸ ਆ ਬਾਹਰ ਦੇ ਉਹ ਟੁੱਟ ਜਾਣ, ਤਾਂ ਕਿ ਜਦੋਂ ਮੋਟਰ ਚੱਲਦੀ ਆ ਅੰਪੇਅਰ ਚ ਗੁਜ਼ਰਦੇ ਆ ਉਹ ਸੜ ਜਾਵੇ। ਇਦਾਂ ਦੀ ਪ੍ਰੋਬਲਮ ਤੋਂ ਬਚਣ ਦੇ ਲਈ ਉਹਨੂੰ ਬੜੇ ਤਰੀਕੇ ਦੇ ਨਾਲ ਟਾਈਟ ਕਰਨਾ ਪਊਗਾ ਸਾਨੂੰ, ਨਹੀਂ ਸਾਨੂੰ ਕੀ ਹੋਊਗਾ ਤੇ ਬਾਅਦ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਆ, ਤੇ ਨਾਲ ਸਾਡੇ ਬੋਡੀ ਦੇ ਇਹ ਤਾਰ ਵਗੈਰਾ ਕਿਤੇ ਟੱਚ ਨਾ ਹੋਵੇ, ਅਰਥ ਫਾਲਟ ਦਾ ਕੋਈ ਗੁੰਜਾਇਸ਼ ਨਾ ਰਹੇ। ਇਹ ਸਾਡਾ ਸੀ ਡੀਵਲ ਸਟਾਰਟਰ। ਤੇ ਹੁਣ ਅਸੀਂ ਗੱਲ ਕਰਦੇ ਹਾਂ ਸਟਾਰ ਡੈਲਟਾ ਸਟਾਰਟਰ ਦੇ ਸੰਬੰਧ ਵਿੱਚ। ਸਟਾਰ ਡੈਲਟਾ ਸਟਾਰਟਰ ਜਿਹੜਾ ਹੈਗਾ, ਜਿੱਦਾਂ ਅਸੀਂ ਗੱਲ ਕੀਤੀ ਸੀ ਡੀਵਲ ਸਟਾਰਟਰ 5 HP ਤੱਕ ਯੂਜ਼ ਕਰਦੇ ਆ, ਉਸ ਤਰ੍ਹਾਂ ਹੀ ਸਟਾਰ ਡੈਲਟਾ ਸਟਾਰਟਰ ਜਿਹੜਾ ਆ 5 HP ਤੋਂ ਲੈ ਕੇ 20 HP ਤੱਕ ਯੂਜ਼ ਕਰਦੇ ਆ। ਇਹਦਾ ਫੁੱਲ ਲੋਡ ਕਰੰਟ ਜਿਹੜਾ ਹੈਗਾ ਆ 1.5 ਗੁਣਾ ਮੋਟਰ ਦੀ HP ਦਾ। ਫੋਰ ਐਗਜ਼ਾਮਪਲ 10 HP ਦੀ ਮੋਟਰ ਹੈਗੀ ਆ, ਉਹਨੂੰ ਅਸੀਂ ਮਲਟੀਪਲਾਈ 1.5 ਨਾਲ ਕਰਾਂਗੇ ਤਾਂ 15 ਐਂਪੀਅਰ ਬਣਦੇ ਆ। ਜਿਹੜੀ ਉਹਦੀ ਫਿਊਜ਼ ਬਾਰ ਆ ਜਾਂ MCB ਆ, ਉਹ ਫੁੱਲ ਲੋਡ ਕਰੰਟ ਦਾ ਅੱਗੇ ਫਿਰ 1.5 ਗੁਣਾ 1.5 ਗੁਣਾ। ਫੋਰ ਐਗਜ਼ਾਮਪਲ ਫੁੱਲ ਲੋਡ ਕਰੰਟ 15 ਐਂਪੀਅਰ ਦਾ ਹੈਗਾ, ਤੇ ਉਹਨੂੰ ਅਸੀਂ 1.5 ਨਾਲ ਗੁਣਾ ਕਰਾਂਗੇ 23 ਐਂਪੀਅਰ ਸਾਡੇ ਉੱਥੇ ਬਣਦੇ ਹੈਗੇ ਆ। ਸਟਾਰਟਰ ਦੀ ਲੋੜ ਕਿਉਂ ਪਈ ਆ? ਬਹੁਤ ਸਾਰੀਆਂ ਇੰਡਕਸ਼ਨ ਮੋਟਰਾਂ ਸਿੱਧੀਆਂ ਹੀ ਮੇਨ ਸਪਲਾਈ ਤੋਂ ਚੱਲ ਪੈਂਦੀਆਂ ਆ, ਪਰ ਜਦੋਂ ਵੱਡੀਆਂ ਮੋਟਰ ਨੂੰ ਇਸ ਤਰੀਕੇ ਨਾਲ ਚਲਾਇਆ ਜਾਂਦਾ ਤਾਂ ਇਹ ਸਪਲਾਈ ਲਾਈਨ ਤੋਂ ਜ਼ਿਆਦਾ ਕਰੰਟ ਲੈਣ ਕਰਕੇ ਵੋਲਟੇਜ ਨੂੰ ਡਿਸਟਰਬ ਕਰਦੀਆਂ। ਤੁਸੀਂ ਆਮ ਦੇਖਿਆ ਹੋਊਗਾ ਤੁਹਾਡੇ ਘਰਾਂ ਦੇ ਵਿੱਚ ਲਾਗੇ ਪਾਸੇ ਜਿਹੜੀ ਦੁਕਾਨਾਂ ਹੈਗੀਆਂ ਆ, ਕਿਤੇ ਵੈਲਡਿੰਗ ਦੀ ਦੁਕਾਨ ਆ, ਜਦੋਂ ਵੈਲਡਿੰਗ ਕਰਦੇ ਆ ਕਈ ਵਾਰ ਸਾਡੇ ਟੀਵੀ ਦੀ ਜਾਂ ਸਾਡੇ ਬਲਬ ਲੱਗੇ ਹੋਣ ਦੀ ਲਾਈਟ ਘਟ ਜਾਂਦੀ ਆ, ਡਿਮ ਹੋ ਜਾਂਦੀ ਆ। ਉਹਦਾ ਕਾਰਨ ਇਹ ਉਸ ਲਾਈਨ ਦੇ ਵਿੱਚੋਂ ਜਿਹੜਾ ਕਰੰਟ ਹੈਗਾ ਆ ਉਹ ਜ਼ਿਆਦਾ ਹੋਣ ਕਰਕੇ, ਨਿਕਲਣ ਕਰਕੇ ਡਿਸਟਰਬੈਂਸ ਪੈਦਾ ਹੁੰਦੀ ਹੈ। ਸੋ ਇਸ ਸਟਾਰਟਿੰਗ ਕਰੰਟ ਦੇ ਝਟਕੇ ਨੂੰ ਘੱਟ ਕਰਨ ਦੇ ਲਈ ਵੱਡੀਆਂ ਮੋਟਰਾਂ ਨੂੰ ਸ਼ੁਰੂ ਕਰਨ ਸਮੇਂ ਘੱਟ ਸਪਲਾਈ ਵੋਲਟੇਜ ਦੇ ਕੇ ਚਲਾਇਆ ਜਾਂਦਾ। ਮਤਲਬ ਸਟਾਰ ਵਿੱਚ ਜਦੋਂ ਇਹ ਮੋਟਰਾਂ ਚੱਲ ਪੈਂਦੀਆਂ ਲਗਭਗ ਆਪਣੇ 70-80% ਦੇ ਜਦੋਂ ਦੀ ਸਪੀਡ ਹੋ ਜਾਂਦੀ ਆ, ਫਿਰ ਇਹਨੂੰ ਪੂਰੀ ਵੋਲਟੇਜ ਦਿੱਤੀ ਜਾਂਦੀ ਆ, ਮਤਲਬ ਡੈਲਟਾ ਕਨੈਕਸ਼ਨ ਦੇ ਵਿੱਚ। ਫਿਰ ਇਹ ਮੁੜ ਕੇ ਆਪਣੇ ਉਸ ਨਿਰਧਾਰਤ ਸਪੀਡ ਤੇ ਮੋਟਰ ਚੱਲਦੀ ਰਹਿੰਦੀ ਆ। ਸੋ ਸਟਾਰਟਰ ਦਾ ਜਿਹੜਾ ਕੰਮ ਮੇਨ ਰੋਲ ਆ, ਸਟਾਰਟਿੰਗ ਵੇਲੇ ਵੋਲਟੇਜ ਨੂੰ ਘੱਟ ਕਰਨਾ, ਮੁੜ ਕੇ ਜਦੋਂ ਸਪੀਡ ਪਕੜ ਲੈਂਦੀ ਆ ਉਸ ਲਈ ਜੋ ਨਾਰਮਲ ਸਪਲਾਈ ਉਹਨੂੰ ਦੇਣੀ ਆ ਉਹ ਮਿਲਦੀ ਰਹਿੰਦੀ ਆ। ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਡੀਵਲ ਸਟਾਰਟਰ 'ਚ ਕੰਪੋਨੈਂਟ ਦੀ ਗੱਲ ਕੀਤੀ ਸੀ ਕਿ ਕਿਹੜੇ ਜ਼ਰੂਰੀ ਆ, ਇਹਦੇ ਵਿੱਚ ਵੀ ਸੇਮ ਉਹੀ ਆ। ਸਟਾਰ ਡੈਲਟਾ ਸਟਾਰਟਰ ਵਿੱਚ ਇੱਕ ਟਾਈਮਰ ਵੱਖਰਾ ਹੈ, ਬਾਕੀ ਤੁਸੀਂ MCB, ਕੰਟੈਕਟਰ, ਨੋ ਵੋਲਟ ਕੋਇਲ, ਓਵਰਲੋਡ ਰਿਲੇ, ਔਨ ਆਫ ਸਵਿਚ, ਐਂਪੀਅਰ ਮੀਟਰ, ਵੋਲਟ ਮੀਟਰ, ਐਕਸਿਲਰੀ ਕੰਟੈਕਟਰ ਸੇਮ ਉਹੀ ਹੈ ਜੋ ਤੁਸੀਂ ਹੁਣੇ ਪਿੱਛੇ ਵਾਸ਼ ਕੀਤੇ ਆ। ਇਹ MCB ਦੇਖ ਚੁੱਕੇ ਤੁਸੀਂ, ਕੰਟੈਕਟਰ, ਓਵਰਲੋਡ ਰਿਲੇ, ਪੁਸ਼ ਬਟਨ। ਇਹ ਇਸ ਦੇ ਵਿੱਚ ਪੁਸ਼ ਬਟਨ ਦੇ ਵਿੱਚ ਕੁਝ ਐਕਸਿਲਰੀ ਹੋਰ ਕੰਟੈਕਟ ਜੋੜੇ ਹੈਗੇ ਆ ਜੋ ਸਾਨੂੰ ਕਈ ਵਾਰ ਇੰਟਰਲੌਕਿੰਗ ਕਰਨ ਦੇ ਵਿੱਚ ਸਹਾਈ ਹੁੰਦੇ ਆ। ਕੰਟਰੋਲ ਵਾਇਰਿੰਗ ਦੇ ਵਿੱਚ ਪੁਸ਼ ਬਟਨ ਦੇ ਵਿੱਚ ਵੀ ਇਸ ਤਰ੍ਹਾਂ ਜਦੋਂ ਅਸੀਂ ਪ੍ਰੈਸ ਕਰਦੇ ਆ, ਇਹਦੇ ਅੰਦਰ ਜੋ ਕੰਟੈਕਟ ਪੁਆਇੰਟ ਹੁੰਦੇ ਆ ਉਹ ਪੁਸ਼ ਕਰਨ ਦੇ ਨਾਲ ਸਾਰੇ ਹੀ ਮੂਵ ਕਰਦੇ ਆ। ਐਂਪੀਅਰ ਮੀਟਰ, ਵੋਲਟ ਮੀਟਰ, ਟਾਈਮਰ,
कुछ टाइमर अजकल इलैक्ट्रॉन्स टाइप के, कुछ मैकेनिकल टाइप के, इस तरह वक्रे वक्रे टाइमर जिहड़े हैगे आ वो लोड के मुताबिक आप यूज़ करते हैं। टाइमर का की काम हैगा आ, ये अपने विच सप्लाई मतलब स्टार्टिंग वेले किसी एक पॉइंट तो कढ़ते हैं, मान लो इस पॉइंट तो, फिर ये असीं टाइम सैट कर लेना इत्थों 5 मिनट 10 मिनट जो भी असीं चाहते हैं, फिर दूसरे पॉइंट तो उस वेले ये सप्लाई कढ़ दूगा, पहले तो बंद कर दूगा। ਇਹਦਾ ਕੰਮ ਹੈਗਾ ਸਪਲਾਈ ਨੂੰ ਕੱਟ ਆਫ ਕਰਨਾ ਆਟੋਮੈਟਿਕਲੀ। ਐਜ ਇਹ ਕਿਸਮ ਦਾ ਇਹ ਵੀ ਸਵਿਚ ਹੈਗਾ ਆ। ਐਕਚੁਅਲੀ ਕੰਟੈਕਟ ਤੁਹਾਨੂੰ ਪਤਾ ਹੀ ਲੱਗ ਚੁੱਕਾ। ਹੁਣ ਆਪਾਂ ਗੱਲ ਕਰਦੇ ਹਾਂ ਪਾਵਰ ਵਾਇਰਿੰਗ ਡਾਇਗਰਾਮ ਦੀ। DOL ਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਫੇਸ ਤਿੰਨੇ ਆਦੇ ਤਿੰਨੇ ਹੀ ਮੋਟਰ ਨੂੰ ਜਾਂਦੇ ਆ, ਇਹਦੇ ਵਿੱਚ ਵੀ ਲਗਭਗ ਸੇਮ ਉਦਾਂ ਹੀ ਆ। ਪਰ ਇਹ ਦੇਖੋ MCB ਓਵਰਲੋਡ ਰਿਲੇ ਮੇਨ ਕੰਟੈਕਟਰ ਦੇ ਥਰੂ ਹੁੰਦੇ, ਤਿੰਨੇ ਫੇਸ ਸਾਡੇ ਮੋਟਰ ਕੋਲ ਜਾਂਦੇ ਆ। ਪਰ ਇਹਦੇ ਨਾਲ ਅਗਲਾ ਕੰਟੈਕਟਰ ਡੈਲਟਾ, ਇਹਨੂੰ ਤਿੰਨਾਂ ਨੂੰ ਉੱਪਰੋਂ ਸਪਲਾਈ ਮਿਲਦੀ 3 ਫੇਸ, ਉਹਦੀ ਆਊਟਪੁੱਟ ਫਿਰ ਮੋਟਰ ਨੂੰ ਜਾਂਦੀ ਆ। ਉਸ ਦੇ ਨਾਲ ਸਟਾਰ ਕੰਡਕਟਰ ਸਾਡਾ ਉੱਪਰਲੇ ਪਾਸੇ ਤਿੰਨਾਂ ਟਰਮੀਨਲ ਨੇ ਜੋੜ ਕੇ ਸਟਾਰ ਬਣਾਇਆ ਹੋਇਆ, ਇਹਦੇ ਵਿੱਚੋਂ ਸਪਲਾਈ ਜਿਹੜੀ ਨਿਕਲਦੀ ਆ ਡੈਲਟਾ ਵਾਲੇ ਆਊਟਪੁੱਟ ਦੇ ਨਾਲ ਜੋੜੀ ਜਾਂਦੀ ਆ। ਇਸ ਤਰ੍ਹਾਂ ਇਹ ਬੜੀ ਸਿੰਪਲ ਸਟਾਰ ਡੈਲਟਾ ਸਟਾਰਟਰ ਦੀ ਪਾਵਰ ਵਾਇਰਿੰਗ ਡਾਇਗਰਾਮ ਹੈਗੀ ਆ। ਹੁਣ ਇਹਦੀ ਮੇਨ ਜਿਹੜੀ ਹੈਗੀ ਆ ਕੰਟਰੋਲ ਵਾਇਰਿੰਗ ਦੀ ਡਾਇਗਰਾਮ ਆ, ਉਹਦੀ ਆਪਾਂ ਗੱਲ ਕਰਦੇ ਹਾਂ। ਹੁਣ ਤੁਸੀਂ ਇੱਥੇ ਦੇਖਦੇ ਹੋ ਟਾਈਮਰ ਲੱਗਾ ਹੋਇਆ, ਇਹ ਸਟਾਰ ਕਨੈਕਟਰ ਮੇਨ ਤੇ ਡੈਲਟਾ। ਜਦੋਂ ਅਸੀਂ ਚਲਾਉਂਦੇ ਆ ਮੋਟਰ ਨੂੰ, ਸਾਡਾ ਸਭ ਤੋਂ ਪਹਿਲਾਂ ਮੇਨ ਕੰਡਕਟਰ ਆਨ ਹੁੰਦਾ ਤੇ ਸਟਾਰ ਕਨੈਕਟਰ ਜਿਹੜਾ ਆਨ ਹੁੰਦਾ, ਕਿਉਂਕਿ ਅਸੀਂ ਮੋਟਰ ਨੂੰ ਸਟਾਰਟਿੰਗ ਵੇਲੇ ਸਟਾਰ ਵਿੱਚ ਚਲਾਉਣਾ। ਸਭ ਤੋਂ ਮੇਨ ਗੱਲ ਇੱਥੇ ਇੱਕ ਦੇਖਣ ਵਾਲੀ ਇਹ ਹੈਗੀ ਆ, ਜਦੋਂ ਅਸੀਂ ਇਸ ਕੰਡਕਟਰ ਨੂੰ ਸਟਾਰ ਨੂੰ ਚਲਾਉਂਦੇ ਆ, ਇਹਦੀ A1 A2 ਹਰੇਕ 9 ਵੋਲਟ ਕੋਇਲ ਦੇ ਪੁਆਇੰਟ ਦਿੱਤੇ ਹੋਏ ਕੰਟੈਕਟਰ ਵਿੱਚ A1 ਨੂੰ ਜਿਹੜੀ ਸਪਲਾਈ ਹੈਗੀ ਆ, ਇਹ ਘੁੰਮ ਕੇ ਡੈਲਟਾ ਦੇ NC, ਡੈਲਟਾ ਦਾ NC ਡਾਇਗਰਾਮ ਦੇ ਵਿੱਚ ਇੱਥੇ ਤੁਹਾਨੂੰ ਜਰਾ ਈਜੀ ਸਮਝ ਆ ਜਾਵੇ ਤਾਂ ਸ਼ੋ ਕੀਤਾ ਹੋਇਆ। ਐਕਚੁਅਲੀ ਇਹ NC ਪੁਆਇੰਟ ਇੰਸਟਾਲ ਕਿੱਥੇ ਹੁੰਦਾ ਹੈ? ਇਹ ਇੰਸਟਾਲ ਡੈਲਟਾ ਕੰਡਕਟਰ ਦੇ ਉੱਪਰਲੇ ਪਾਸੇ ਹੁੰਦਾ ਆ। ਡੈਲਟਾ ਕੰਡਕਟਰ ਸਾਡਾ ਇਹ ਆ, ਇਹਦੇ ਉੱਪਰਲੇ ਪਾਸੇ ਇੰਸਟਾਲ ਹੁੰਦਾ ਇੱਥੇ। ਜਦੋਂ ਇਹਨੇ ਔਨ ਆਫ ਹੋਣਾ, ਇਹਨੇ ਵੀ ਨਾਲ ਔਨ ਆਫ ਹੋਣਾ ਆ। ਇਹਨੂੰ ਸਪਲਾਈ ਟਾਈਮਰ ਚ ਆਉਂਦੀ ਆ, ਟਾਈਮਰ ਚੋਂ ਸਪਲਾਈ ਆਈ ਡੈਲਟਾ ਵਿੱਚ ਗਈ, ਉਹਦੇ ਐਕਸਿਲਰੀ ਕੰਟੈਕਟ ਵਿੱਚ। ਉਸ ਤੋਂ ਬਾਅਦ ਸਾਡੇ ਜਿਹੜਾ ਸਟਾਰ ਕੰਡਕਟਰ ਆ ਉਹਨੂੰ ਸਪਲਾਈ ਮਿਲਦੀ ਆ। ਸਟਾਰ ਕੰਡਕਟਰ ਜਿਹੜਾ ਉਨਾ ਚਿਰ ਔਨ ਨਹੀਂ ਹੋਊਗਾ ਅਗਰ ਡੈਲਟਾ ਕੰਡਕਟਰ ਔਨ ਹੋਵੇ, ਕਿਉਂਕਿ ਜੇ ਡੈਲਟਾ ਕੰਡਕਟਰ ਔਨ ਹੋਊਗਾ ਤਾਂ ਜਿਹੜੀ ਇਹ ਐਕਸਿਲਰੀ ਕੰਟੈਕਟ ਹੈਗਾ ਇਹ NO ਹੋ ਜਾਣਾ। ਤੋ NC ਸਾਨੂੰ ਪੁਆਇੰਟ ਚਾਹੀਦਾ ਹੈ, ਇਸ ਕਰਕੇ ਸਟਾਰ ਨੂੰ ਕਨੈਕਸ਼ਨ ਸਾਡੇ ਇਹਦੇ ਥਰੂ ਮਿਲੂਗਾ। ਇਸੇ ਤਰ੍ਹਾਂ ਹੀ ਜਿਹੜਾ ਡੈਲਟਾ ਹੈ, ਡੈਲਟਾ ਕੰਡਕਟਰ ਦੇ ਉੱਪਰਲੇ ਪਾਸੇ ਸਟਾਰ ਦਾ NC ਲਾਇਆ ਹੋਇਆ ਐਕਸਿਲਰੀ ਕੰਟੈਕਟ, ਇਹ ਉਨਾ ਚਿਰ ਔਨ ਨਹੀਂ ਹੋਊਗਾ ਜੇ ਸਟਾਰ ਔਨ ਹੋਊਗਾ। ਸੋ ਸਾਡਾ ਟਾਈਮਰ ਕੀ ਕਰਦਾ, ਪਹਿਲਾਂ ਸਪਲਾਈ ਸਟਾਰ ਨੂੰ ਦਿੰਦਾ ਡੈਲਟਾ ਦੇ ਥਰੂ। ਉਸ ਤੋਂ ਬਾਅਦ ਜਦੋਂ ਸਾਡੀ ਮੋਟਰ ਚੱਲ ਪੈਂਦੀ ਆ, ਲਗਭਗ 70-80% ਸਪੀਡ ਪਕੜ ਲੈਂਦੀ ਆ, ਫਿਰ ਸਟਾਰ ਦੀ ਸਪਲਾਈ ਬੰਦ ਕਰ ਦਿੰਦੀ ਆ ਟਾਈਮਰ ਸਾਡਾ। ਉਸ ਸਮੇਂ ਜਿਹੜਾ ਸਟਾਰ ਦਾ NC ਪੁਆਇੰਟ ਸੀ ਉਹ NO ਹੋ ਜਾਂਦਾ। ਜਿਹੜਾ ਸਟਾਰ ਦਾ NC ਪੁਆਇੰਟ ਹੈਗਾ ਆ ਉਹ ਇਧਰੋਂ ਸਪਲਾਈ ਫਿਰ ਡੈਲਟਾ ਨੂੰ ਮਿਲਦੀ ਆ, ਡੈਲਟਾ ਦੇ ਵਿੱਚ ਸਟਾਰ ਦਾ NC NO ਹੋ ਜਾਣਾ। ਤੋ ਇਹ ਇੰਟਰਲੋਕਿੰਗ ਜਿਹੜੀ ਹੈਗੀ ਆ ਦੋਨਾਂ ਦੇ ਲਈ ਬੜੀ ਜ਼ਰੂਰੀ ਆ। ਅਗਰ ਇਹ ਇੰਟਰਲੋਕ ਨਾ ਹੋਵੇ ਤਾਂ ਕੀ ਆ, ਸਾਡਾ ਕੋਈ ਵੀ ਕੰਡਕਟਰ ਕੰਮ ਨਹੀਂ ਕਰੂਗਾ। ਸਟਾਰ ਦਾ ਇੰਟਰਲੋਕਿੰਗ ਡੈਲਟਾ ਦੇ ਐਕਸਿਲਰੀ ਕੰਟੈਕਟ ਨਾਲ,
ਡੈਲਟਾ ਦਾ ਸਟਾਰ ਦੇ ਐਗਜ਼ਿਟ ਕੰਟੈਕਟ ਦੇ ਨਾਲ ਸਪਲਾਈ ਇਦਾਂ ਜੁੜੀ ਹੋਈ ਆ। ਸੋ ਉਹ ਤੋਂ ਬਾਅਦ ਸਾਡੀ ਮੋਟਰ ਆਮ ਨਾਰਮਲ ਸਪੀਡ ਦੇ ਉੱਪਰ ਚੱਲਦੀ ਰਹਿੰਦੀ ਹੈ ਜਿੰਨਾ ਚਿਰ ਆਪਾਂ ਉਹਨੂੰ ਬੰਦ ਨਹੀਂ ਕਰਦੇ। ਇਹਦੀ ਥਿਊਰੀ ਕੀ ਆ, ਜਦੋਂ ਵੱਡੀਆਂ ਮੋਟਰ ਨੂੰ ਆਪਾਂ ਚਲਾਉਂਦੇ ਆ ਸਟਾਰਟਿੰਗ ਸਮੇਂ ਇਹ 6 ਤੋਂ 8 ਗੁਣਾ ਜ਼ਿਆਦਾ ਕਰੰਟ ਲੈਂਦੀਆਂ, ਪਰ ਜਦੋਂ ਇਹਨਾਂ ਨੂੰ ਸਟਾਰਟਿੰਗ ਸਮੇਂ ਡੈਲਟਾ ਸਟਾਰਟਰ ਦੀ ਵਰਤੋਂ ਨਾਲ ਚਲਾਉਂਦੇ ਆ, ਇਸ ਸਮੇਂ ਵੋਲਟੇਜ ਜਿਹੜੀ ਆ 58% ਲਾਈਨ ਵੋਲਟੇਜ ਦਾ 1/√3 ਹੀ ਮੋਟਰ ਨੂੰ ਮਿਲਦੀ ਆ। ਮਤਲਬ ਘੱਟ ਵੋਲਟੇਜ ਮਿਲਦੀ ਹੈ, ਜਿਸ ਨਾਲ ਸਟਾਰਟਿੰਗ ਕਰੰਟ ਜਿਹੜਾ 1/3 ਰਹਿ ਜਾਂਦਾ। ਜਦੋਂ ਮੋਟਰ ਸਪੀਡ 70 ਜਾਂ 80% ਹੁੰਦੀ ਆ ਤਾਂ ਸਟਾਰਟਰ ਡੈਲਟਾ ਤੇ ਮੈਨੂਅਲੀ ਜਾਂ ਟਾਈਮਰ ਦੀ ਸਹਾਇਤਾ ਨਾਲ ਸ਼ਿਫਟ ਕੀਤਾ ਜਾਂਦਾ ਹੈ। ਇਸ ਸਮੇਂ ਜਿਹੜੀ ਆ ਵੋਲਟੇਜ ਮੋਟਰ ਨੂੰ ਪੂਰੀ ਮਿਲ ਜਾਂਦੀ ਆ ਤੇ ਮੋਟਰ ਦੀ ਸਪੀਡ ਨਾਰਮਲ ਹੋਣ ਤੇ ਜਿਹੜਾ ਕਰੰਟ ਜਿੰਨਾ ਨਾਰਮਲ ਲੈਂਦੀ ਆ ਉਸ ਹਿਸਾਬ ਨਾਲ ਉਹ ਚੱਲਦੀ ਰਹਿੰਦੀ ਆ। ਸੋ ਸਟਾਰਟਰ ਇਸ ਸਟਾਰ ਡੈਲਟਾ ਸਟਾਰਟਰ ਜਿਹੜਾ ਹੈਗਾ ਸਟਾਰ ਵਿੱਚ ਡੈਲਟਾ ਵਿੱਚ ਅਸੀਂ ਇਸ ਤਰ੍ਹਾਂ ਕਰਦੇ ਆ ਵੀ ਸਾਨੂੰ ਸਟਾਰ ਦੇ ਵਿੱਚ ਜਿਹੜੀ ਐਂਪੀਅਰ ਆ ਉਹ 1/3 ਰਹਿ ਜਾਵੇ ਤਾਂ ਇਹਦੀ ਆਪਾਂ ਯੂਜ਼ ਕਰਦੇ ਇਹਨੂੰ ਵਰਤਦੇ ਹੈਗੇ। ਕੁਛ ਸਟਾਰਟਰ ਸਾਡਾ ਕੀ ਕੰਮ ਕਰਦਾ ਔਨ ਆਫ ਦਾ, ਇਹਦੇ ਵਿੱਚ ਓਵਰਲੋਡ ਰਿਲੇ ਲੱਗੀ ਹੋਆ, ਸਿੰਗਲ ਫੇਸ ਦੇ ਉੱਪਰ ਵੀ ਬੰਦ ਹੋ ਜਾਂਦਾ, ਇਹ ਅੰਡਰ ਵੋਲਟੇਜ ਤੇ ਵੀ ਬੰਦ ਹੋ ਜਾਂਦਾ, ਆਟੋ ਆਫ ਜਦੋਂ ਕਈ ਵਾਰ ਸਪਲਾਈ ਚੱਲ ਜਾਂਦੀ ਹੈ ਉਸ ਤੋਂ ਬਾਅਦ ਇਹ ਆਪਣੇ ਆਪ ਨਹੀਂ ਚੱਲਦਾ, ਆਪਣੇ ਆਪ ਬੰਦ ਹੋ ਜਾਂਦਾ। ਇਹ ਓਵਰਲੋਡ ਰਿਲੇ ਦੇ ਵਿੱਚ ਸੈਂਸਿਟਿਵ ਡਿਵਾਈਸ ਆ, 2 ਮੈਟਲ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ, ਸਟ੍ਰਿਪ ਹੁੰਦੀਆਂ, ਇਹ ਜਿਹੜੀ ਹੀਟਿੰਗ ਐਲੀਮੈਂਟ ਵੀ ਹੁੰਦਾ ਆ, ਤੁਹਾਨੂੰ ਇਹਦੇ ਵਿਸਤਾਰ ਵਿੱਚ ਦੱਸ ਚੁੱਕਿਆ ਹਾਂ। ਅੱਗੇ ਸਾਡੇ ਕੋਲ ਹੈ ਸਟੇਟਰ ਰੈਜ਼ਿਸਟੈਂਸ ਸਟਾਰਟਰ। Stator resistance starter, it consists of 3 resistors in series with each face of the stator winding। मतलब 3 ਰੈਜ਼ਿਸਟੈਂਸਾਂ ਜਿਹੜੀਆਂ ਸਟੇਟਰ ਦੇ ਸੀਰੀਜ਼ ਵਿੱਚ ਲੱਗੀਆਂ। ਤੁਹਾਨੂੰ ਪਤਾ ਹੀ ਆ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਵੋਲਟੇਜ ਨੂੰ ਡ੍ਰੌਪ ਕਰਦੀ ਆ। ਸੋ ਵੋਲਟੇਜ ਡ੍ਰੌਪ ਕਰਨ ਦੇ ਲਈ ਅਸੀਂ ਇਸ ਸੀਰੀਜ਼ ਵਿੱਚ ਰੈਜ਼ਿਸਟੈਂਸਾਂ ਲਾਈਆਂ। ਜਦੋਂ ਅਸੀਂ ਸਟਾਰਟ ਕਰਦੇ ਹਾਂ ਇਸ ਪੁਆਇੰਟ ਦੇ ਸਟਾਰਟ ਕਰਦੇ ਹਾਂ, ਸਾਰੀ ਰੈਜ਼ਿਸਟੈਂਸ ਵਿੱਚ ਐਡ ਹੁੰਦੀ ਆ, ਇਹਦੀ ਵੋਲਟੇਜ ਡ੍ਰੌਪ ਹੋ ਜਾਂਦੀ ਆ। ਜਦੋਂ ਮੋਟਰ ਸਾਡੀ ਚੱਲਣਾ ਸ਼ੁਰੂ ਕਰ ਦਿੰਦੀ ਹੈ ਹੌਲੀ ਹੌਲੀ ਆਪਾਂ ਇਹਨੂੰ ਰੈਜ਼ਿਸਟੈਂਸ ਨੂੰ ਘਟਾਉਂਦੇ ਜਾਂਦੇ ਹਾਂ। ਐਂਡ ਦੇ ਵਿੱਚ ਅਸੀਂ ਰਨ ਪੋਜੀਸ਼ਨ ਦੇ ਉੱਪਰ ਲੈ ਕੇ ਇਹਨੂੰ ਛੱਡ ਦਿੰਦੇ ਹਾਂ ਤੇ ਮੋਟਰ ਆਪਣੀ ਨਾਰਮਲ ਸਪੀਡ ਤੇ ਚੱਲਦੀ ਰਹਿੰਦੀ ਆ। ਇਸ ਸਟੇਟਰ ਰੈਜ਼ਿਸਟੈਂਸ ਸਟਾਰਟਰ ਦੇ ਵਿੱਚ ਜਿਹੜੀ ਰੈਜ਼ਿਸਟੈਂਸ ਆ ਸਾਰੀ ਸੀਰੀਜ਼ ਵਿੱਚ ਲੱਗੀ ਹੁੰਦੀ ਸਟਾਰਟਿੰਗ ਵੇਲੇ। ਹੌਲੀ ਹੌਲੀ ਜਦੋਂ ਘਟਾਉਂਦੇ ਤੇ ਟਰਮੀਨਲ ਦੇ ਉੱਪਰ ਜਿਹੜੀ ਵੋਲਟੇਜ ਸਟਾਰਟਿੰਗ ਵੇਲੇ ਘੱਟ ਹੁੰਦੀ ਆ, ਬਾਅਦ ਵਿੱਚ ਹੌਲੀ ਹੌਲੀ ਐਂਡ ਤੱਕ ਵੱਧ ਜਾਂਦੀ ਹੈਗੀ ਆ। ਜਦੋਂ ਤੱਕ ਮੋਟਰ ਆਪਣੀ ਫੁੱਲ ਸਪੀਡ ਨਹੀਂ ਪਕੜਦੀ ਉਨਾ ਚਿਰ ਅਸੀਂ ਇਹ ਨਹੀਂ ਹੈਗਾ ਵੀ ਇੱਕੋ ਦਮ ਅਸੀਂ ਸਟਾਰਟ ਕਰਤਾ ਮੁੜ ਕੇ ਰਨ ਕਰ ਦਿੱਤਾ। ਸਾਨੂੰ ਉਹਦੀ ਜੱਜਮੈਂਟ ਕਰਨੀ ਪੈਣੀ ਆ ਸਪੀਡ ਦੀ ਮੋਟਰ ਦੀ, ਤੇ ਹੁਣ ਇਹ ਆਪਣੀ ਜਿਹੜੀ ਨਿਰਧਾਰਤ ਸਪੀਡ ਉੱਥੇ ਲਾਗੇ ਹੋ ਗਈ ਹੈ, ਫਿਰ ਆਪਾਂ ਉਹਨੂੰ ਰੈਜ਼ਿਸਟੈਂਸ ਸਾਰੀ ਵਿੱਚੋਂ ਰਿਮੂਵ ਕਰਾਂਗੇ। ਇਹ ਤਰੀਕਾ ਜਿਹੜਾ ਹੈਗਾ ਸਸਤਾ ਤੇ ਵਧੀਆ ਆ, ਪਰ ਇਸ ਤਰੀਕੇ ਦੇ ਨਾਲ ਰੈਜ਼ਿਸਟੈਂਸ ਵਿੱਚ ਪਾਵਰ ਦਾ ਲਾਸ ਬਹੁਤ ਹੁੰਦਾ। ਇਹ ਵੇਰੀਏਬਲ ਸਪੀਡ ਤੇ ਸਮੂਥ ਸਟਾਰਟਿੰਗ ਲਈ ਛੋਟੀਆਂ ਮਸ਼ੀਨਾਂ ਲਈ ਵਰਤਿਆ ਜਾਂਦਾ। ਟਾਰਕ ਐਫੀਸ਼ੀਐਂਸੀ ਜਿਹੜੀ ਇਹਦੀ ਹੈਗੀ ਆ ਘੱਟ ਹੁੰਦੀ ਹੈਗੀ ਆ। ਇਹ ਡਾਇਗਰਾਮ ਤੁਹਾਨੂੰ ਕੁਛ ਦੁਬਾਰਾ ਫਿਰ ਸਮਝਣ ਦੇ ਲਈ ਸ਼ੋ ਕੀਤੀ ਹੈਗੀ ਆ। ਸੇਮ ਉਹੀ ਚੀਜ਼ ਆ, ਸਟਾਰਟ ਤੇ ਰੈਜ਼ਿਸਟੈਂਸ ਹੌਲੀ ਰਿਮੂਵ ਕਰਨ ਸੰਬੰਧੀ। ਐਡਵਾਂਟੇਜ ਪਾਵਰ ਫੈਕਟਰ ਹਾਈ ਡੂਰਿੰਗ ਸਟਾਰਟ, ਲੈਸ ਐਕਸਪੈਂਸਿਵ, ਸਮੂਥ ਐਕਸਲਰੇਸ਼ਨ, ਲੌਸਸ ਇਨ ਰੈਜ਼ਿਸਟੈਂਸ, ਲੋ ਟਾਰਕ ਐਫੀਸ਼ੀਐਂਸੀ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਰੋਟਰ ਰੈਜ਼ਿਸਟੈਂਸ ਦੇ ਸੰਬੰਧ ਵਿੱਚ, ਜਿਹਨੂੰ ਆਪਾਂ ਸਲਿਪ ਰਿੰਗ ਸਟਾਰਟਰ ਵੀ ਕਹਿੰਦੇ ਹਾਂ। ਰੋਟਰ ਰੈਜ਼ਿਸਟੈਂਸ ਸਟਾਰਟਰ ਜਿਹੜਾ ਹੈਗਾ ਆ, this technology is also called the rotating electrical joint. It consists of 3 resistance connected in this। हाँ जी सर। हाँ जी मैडम।
रजिंदर सर जी। हाँ जी, हाँ जी। जी सर, मैं क्या कर लिया डिस्कस थोड़ी जी, है ना जी। ठीक, मैं करना 2 मिनट में लगने बस। राइट राइट, ठीक है जी। This technology is also called the rotating electrical joint. ਇਹਨੂੰ ਆਪਾਂ ਇਲੈਕਟ੍ਰੀਕਲ ਜੁਆਇੰਟ ਦੇ ਨਾਲ ਵੀ ਜਾਣਦੇ ਹਾਂ। ਇਹਦੇ ਵਿੱਚ 3 resistance ਆ in series with the rotating winding, thus reducing the rotor current. Same ਪਹਿਲੇ ਵਾਲੇ ਵਾਂਗ। Losses in resistance, costly required maintenance of brushes ਜ਼ਿਆਦਾ ਹੁੰਦੀ ਇਹਦੇ ਵਿੱਚ। In this method at any speed same torque ਹੈ ਇਹਦੇ ਵਿੱਚ। Mostly used where speed control for some time. ਇਹਦਾ ਪਾਵਰ ਫੈਕਟਰ ਵਧੀਆ ਆ 0.8 ਤੋਂ 0.9। ਬਾਈ ਚੇਂਜਿੰਗ ਐਨੀ 2 ਫੇਸ ਆਪਾਂ ਇਹਦੀ ਰੋਟੇਸ਼ਨ ਚੇਂਜ ਕਰ ਸਕਦੇ ਆ, ਡਿਊਐਲ ਚ ਵੀ ਚੇਂਜ ਕਰ ਸਕਦੇ ਹੈਗੇ, ਸਟਾਰ ਡੈਲਟਾ ਚ ਵੀ ਕਰ ਸਕਦੇ ਸੀਗੇ। ਇਦਾਂ 2 ਫੇਸ ਕੋਈ ਚੇਂਜ ਕਰਕੇ ਆਪਾਂ ਡਾਇਰੈਕਸ਼ਨ ਚੇਂਜ ਕਰ ਸਕਦੇ ਆ। ਹਾਈ ਸਟਾਰਟਿੰਗ ਟਾਰਕ ਇਹਦਾ, ਹਾਫ ਸਟਾਰਟਿੰਗ ਕਰੰਟ ਆਫ ਫੁੱਲ ਲੋਡ ਕਰੰਟ। ਇਹਦੀ ਵਰਤੋਂ ਆਪਾਂ ਰੋਲਿੰਗ ਮਿਲਾਂ ਦੇ ਉੱਪਰ ਲਿਫਟ ਕਰੇਨਾਂ ਵਗੈਰਾ ਯੂਜ਼ ਕਰਦੇ ਆ। ਤੇ ਜਿਹੜੇ ਇਹਦੇ ਬ੍ਰਸ਼ ਹੈਗੇ ਆ ਕਾਰਬਨ ਦੇ, ਗ੍ਰੇਫਾਈਟ ਜਾਂ ਮੈਟਲ ਵਗੈਰਾ ਦੇ ਯੂਜ਼ ਕਰਦੇ ਆ। ਇਹ ਕੁਝ ਡਾਇਗਰਾਮ ਤੁਹਾਡੇ ਨਾਲ ਸ਼ੇਅਰ ਕੀਤੀ ਆ। ਸਲਿਪ ਰਿੰਗ ਦੇ ਨਾਲ ਤੁਸੀਂ ਦੇਖਦੇ ਹੋ ਇੱਧਰਲੇ ਪਾਸੇ ਸੱਜੇ ਪਾਸੇ ਰੈਜ਼ਿਸਟੈਂਸ ਆ, ਜਿੱਦਾਂ ਪਹਿਲੇ ਸਟਾਰਟਰ 'ਚ ਆਪਾਂ ਹੌਲੀ ਰਿਮੂਵ ਕਰਦੇ ਸੀ, ਇੱਧਰ ਵੀ ਇਦਾਂ ਹੀ ਰਿਮੂਵ ਹੋਣਗੇ। ਸੇਮ ਉਹੀ ਚੀਜ਼ ਆ। ਇਹ ਸਲਿਪ ਰਿੰਗ ਹੈਗੇ ਤੁਹਾਡੇ ਕੋਲ ਜਿਹੜੇ ਰੋਟਰ ਦੇ ਨਾਲ ਸ਼ੋ ਹੁੰਦੇ ਤੁਹਾਨੂੰ। ਰੋਟੇਟਿੰਗ ਇਲੈਕਟ੍ਰੀਕਲ ਕਨੈਕਸ਼ਨ ਜਿਹੜੇ ਇੱਥੇ ਬਣਦੇ ਪਏ ਆ ਉਹ ਤੁਸੀਂ ਦੇਖ ਰਹੇ ਹੋ। ਇਹ ਕਾਰਬਨ ਬ੍ਰਸ਼ ਜੋ ਇਹਨਾਂ ਸਲਿਪ ਰਿੰਗਾਂ ਦੇ ਉੱਪਰ ਲੱਗਣੇ ਆ, ਉਹਨੂੰ ਮਕੈਨੀਕਲ ਸਿਸਟਮ ਦੇ ਨਾਲ ਟੈਂਸ਼ਨ ਦੇ ਕੇ ਸੈੱਟ ਕੀਤਾ ਹੁੰਦਾ ਆ ਤਾਂ ਕਿ ਲੂਜ਼ ਕਨੈਕਸ਼ਨ ਨਾ ਰਹੇ। ਕਾਰਬਨ ਬ੍ਰਸ਼ ਫਿਰ ਸ਼ੋ ਕੀਤੇ ਹੋਏ ਰੋਟਰ ਦੇ ਸਟੇਟਰ ਰੈਜ਼ਿਸਟੈਂਸ ਵਾਸਤੇ ਤਾਰਾਂ ਬਾਹਰ ਕੱਢੀਆਂ ਹੋਈਆਂ। ਇਹ ਸਾਡੇ ਕੋਲ ਸੀ ਸਲਿਪ ਰਿੰਗ ਇੰਡਕਸ਼ਨ ਮੋਟਰ। ਇਹ ਬਾਕਸ ਆਗਾ ਵਿਦ ਹੈਂਡਲ, ਜਿੱਦਾਂ ਉਹਨੂੰ ਆਪਾਂ ਘੁਮਾਉਣਾ ਆ, ਹੌਲੀ ਹੌਲੀ ਰੈਜ਼ਿਸਟੈਂਸ ਨੂੰ ਬਾਹਰ ਕੱਢਣਾ, ਉਹ ਸ਼ੋ ਕੀਤਾ ਹੋਇਆ। ਇਸ ਤੋਂ ਬਾਅਦ ਸਾਡੇ ਕੋਲ ਆਟੋ ਟਰਾਂਸਫਾਰਮਰ ਸਟਾਰਟਰ। ਇਹਦੇ ਵਿੱਚ ਅਸੀਂ 20 HP ਤੋਂ ਉੱਪਰਲੀਆਂ ਜਿਹੜੀਆਂ ਮੋਟਰਾਂ ਆ ਉਹਨਾਂ ਨੂੰ ਯੂਜ਼ ਕਰਦੇ ਹਾਂ। ਸਟਾਰਟਿੰਗ ਵੇਲੇ ਆਪਾਂ ਆਟੋ ਟਰਾਂਸਫਾਰਮਰ ਯੂਜ਼ ਕਰਦੇ ਹਾਂ। ਜਦੋਂ ਮੋਟਰ ਚੱਲ ਪੈਂਦੀ ਆ, ਇਹ ਕੰਟੈਕਟਰ ਮੇਨ ਕੰਟੈਕਟਰ ਆਨ ਹੁੰਦਾ, ਮੋਟਰ ਸਿੱਧੀ ਚੱਲਦੀ ਰਹਿੰਦੀ ਆ। ਇਹ ਕੁਛ ਤੁਹਾਨੂੰ ਬਾਕਸ ਦਿਖਾਇਆ। ਇਹ ਉਹੀ ਡਾਇਗਰਾਮ ਆ। ਪਹਿਲਾਂ ਅਸੀਂ ਸਟਾਰਟ ਤੇ, ਦੂਜੇ ਨੰਬਰ ਤੇ ਆਪਾਂ ਰਨ ਤੇ ਕਰ ਦੇਵਾਂਗੇ ਇਹਨੂੰ। ਸੇਮ ਅੱਗੇ BDF ਸਟਾਰਟਰ ਲਾਸਟ ਵਿੱਚ ਹੈਗਾ ਇਹ ਵੇਰੀਏਬਲ ਫ੍ਰੀਕੁਐਂਸੀ ਡਰਾਈਵ। ਇਹ ਵੇਰੀਏਬਲ ਫ੍ਰੀਕੁਐਂਸੀ ਡਰਾਈਵ ਜਿਹੜਾ ਹੈਗਾ ਇਹਨੂੰ ਆਪਾਂ ਕਈ ਨਾਮ ਦੇ ਨਾਲ ਸੌਫਟ ਸਟਾਰਟਰ, ਵੇਰੀਏਬਲ ਵੋਲਟੇਜ, ਵੇਰੀਏਬਲ ਫ੍ਰੀਕੁਐਂਸੀ ਵਗੈਰਾ ਦੇ ਨਾਲ ਵੀ ਯੂਜ਼ ਕਰਦੇ, ਬੋਲਦੇ ਇਹਨੂੰ ਆਪਾਂ। ਮੇਨ ਇਹ 'ਚ ਕੰਮ ਕੀ ਹੈਗਾ, ਫ੍ਰੀਕੁਐਂਸੀ ਤੇ ਵੋਲਟੇਜ ਨੂੰ ਕੰਟਰੋਲ ਕਰਕੇ ਸਪੀਡ ਨੂੰ, ਟਾਰਕ ਨੂੰ ਚੇਂਜ ਕਰਨਾ। ਬਹੁਤ ਜਗ੍ਹਾ ਤੇ ਯੂਜ਼ ਹੁੰਦੀ ਹੈ। ਕਿਸੇ ਮੋਟਰ ਨੂੰ ਸਟਾਰਟਿੰਗ ਵੇਲੇ ਸਲੋ ਚਲਾਉਣਾ, ਐਂਡ 'ਚ ਸਲੋ ਚਲਾਉਣਾ, ਜਾਂ ਹਾਈ ਸਪੀਡ ਤੇ ਜਾਂ ਜਰਕਿੰਗ ਤੇ ਇਹਦੀ ਵਰਤੋਂ ਬਹੁਤ ਜ਼ਿਆਦਾ ਹੈਗੀ ਆ। ਇਸ ਕਰਕੇ ਇਹਦਾ ਨਾਮ ਸੌਫਟ ਸਟਾਰਟਰ ਹੈਗਾ ਆ। ਇਹ ਕੁਛ ਡਾਇਗਰਾਮ ਇਹਦੇ ਇਹ ਤੁਹਾਨੂੰ ਦੱਸ ਚੁੱਕਿਆ ਆ। ਸੌਫਟ ਸਟਾਰਟਰ ਦੇ ਗੁਣ ਵੀ ਕਿਹਦਾ ਕੰਮਾਂ ਲਈ ਵਰਤੀ ਜਾਂਦੀ ਆ। ਜਦੋਂ ਇਹਦੇ ਵਿੱਚ ਆਪਾਂ ਪ੍ਰੋਗਰਾਮ ਕਰਦੇ ਆ, ਉਸ ਜਿਹੜੀ ਮੋਟਰ ਵਰਤਣੀ ਆ ਉਹਦੀ ਫੁੱਲ ਡਾਟਾ ਆਪਾਂ ਇਹਦੇ ਵਿੱਚ ਸਾਨੂੰ ਫੀਡ ਕਰਨਾ ਪੈਂਦਾ ਤਾਂ ਇਹਨੂੰ ਆਪਾਂ ਤਰੀਕੇ ਨਾਲ ਬਚਾ ਸਕੀਏ, ਮੋਟਰ ਨੂੰ ਚਲਾ ਸਕੀਏ। ਇਹ ਬਹੁਤੇ ਲੰਬੇ ਸਮੇਂ ਤੇ ਚੱਲ ਸਕਦੀ ਆ, ਬਹੁਤ ਘੱਟ ਸਪੀਡ ਤੇ ਚੱਲ ਸਕਦੀ ਆ ਸਾਡੀ ਲੋੜ ਦੇ ਮੁਤਾਬਿਕ। ਸੋ ਇਹ ਸੀ ਆਪਣਾ ਸਟਾਰਟਰ ਦੇ ਸੰਬੰਧ ਵਿੱਚ ਜਾਣਕਾਰੀ। ਮੈਨੂੰ ਉਮੀਦ ਆ ਗਈ ਆ ਕਿ ਤੁਸੀਂ ਸਾਰਿਆਂ ਨੇ ਜ਼ਰੂਰ ਇਹਦੇ ਵਿੱਚ ਦਿਲਚਸਪੀ ਦਿਖਾਈ ਆ। ਹੁਣ ਅਗਰ ਤੁਹਾਡਾ ਕੋਈ ਕਿਸੇ ਦਾ ਕੁਐਸਚਨ, ਕੋਈ ਗੱਲਬਾਤ ਹੈਗੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਤਾਂ ਤੁਹਾਡਾ ਮੋਸਟ ਵੈਲਕਮ। ਮੇਰਾ ਕੰਟੈਕਟ ਨੰਬਰ, ਈਮੇਲ ID ਵੀ ਦਿੱਤੀ ਹੋਈ ਆ। ਬਾਅਦ ਵਿੱਚ ਵੀ ਤੁਸੀਂ ਕੋਈ ਮੇਰੇ ਨਾਲ ਗੱਲ ਸ਼ੇਅਰ ਕਰਨੀ ਚਾਹੁੰਦੇ ਆ ਤਾਂ ਸ਼ੇਅਰ ਕਰ ਸਕਦੇ ਹੋ। ਜੀ ਜੀ ਸਰ, ਮੈਂ ਇਹਨਾਂ ਨੂੰ ਅਨਮਿਊਟ ਕਰਨ ਲੱਗੀ ਹਾਂ ਜੀ। ਠੀਕ ਹੈ ਜੀ। हेलो रजिंदर जी।
जी हाँ जी। हेलो जी। हाँ जी, सत श्री अकाल जी। हाँ जी सर। ਰਜਿੰਦਰ ਜੀ ਬਹੁਤ ਬਹੁਤ ਵਧੀਆ ਲੱਗਾ ਤੁਹਾਡਾ ਲੈਕਚਰ, ਬੜਾ ਇਫੈਕਟਫੁਲ ਸੀਗਾ। ठीक है जी सर, ਬੜੇ थैंक यू। ਸਲਾਈਡ ਤੁਹਾਡੀਆਂ ਬੜੀਆਂ ਵਧੀਆ ਸੀ ਦੇਖਣ ਵਾਲੀਆਂ, ਤੇ ਬੜੇ ਤੁਸੀਂ ਸਮਝਾਇਆ, ਬਹੁਤ ਵਧੀਆ ਸੀ ਤੁਹਾਡਾ ਪੜ੍ਹਾਉਣ ਦਾ ਤਰੀਕਾ, ਬਹੁਤ ਵਧੀਆ ਲੱਗਾ। चलो थैंक यू सर। थैंक यू सर। हाँ जी सर। हेलो। हाँ जी सर। हेलो, हाँ जी ਰਜਿੰਦਰ ਜੀ। हाँ जी सर, सत श्री अकाल जी। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਲੈਕਚਰ ਸੀਗਾ ਜੀ ਤੁਹਾਡਾ। चलो थैंक यू ਬਹੁਤ सर। ਵਧੀਆ ਸਲਾਈਡਾਂ, ਬਹੁਤ ਵਧੀਆ ਸਲਾਈਡਾਂ ਤੁਸੀਂ ਬਣਾਈਆਂ ਸੀਗੀਆਂ। ठीक ठीक है। ਤਕਰੀਬਨ ਮੈਂ ਸਾਰਾ ਹੀ ਤੁਹਾਡਾ ਲੈਕਚਰ ਸੁਣਿਆ ਹੈਗਾ। चलो ਬੱਚਿਆਂ शुक्रिया जी। ਨੂੰ ਬਹੁਤ ਜਾਣਕਾਰੀ ਮਿਲੀ ਹੈ ਤੁਹਾਡੇ ਲੈਕਚਰ ਤੋਂ। शुक्रिया जी, खुशी महसूस हो ਅੱਗੇ रही ਤੋਂ है। ਵੀ ਆਸ ਕਰਦਾ ਹਾਂ ਵੀ ਇਹੋ ਜਿਹੇ ਲੈਕਚਰ ਤੁਸੀਂ ਬੱਚਿਆਂ ਨੂੰ ਦਿੰਦੇ ਰਹੋਗੇ। ये डिपार्टमेंट का बहुत बढ़िया एक उपराला आ ਜਿਹੜਾ ਇਹ ਚੈਨਲ ਜਿਹੜਾ ਸ਼ੁਰੂ ਕੀਤਾ ਹੈ ਨੀ, ਪੰਜਾਬੀ ਚੈਨਲ ਹਾਂਜੀ ਮਾਸਟਰ ਹਾਂਜੀ, ਟ੍ਰੇਨਰ, ਤੇ ਉਹ ਵੀ ਠੀਕ ਹੈ ਉਸ ਜੀ। ਸਮੇਂ ਦੇ ਦੌਰਾਨ ਜਦੋਂ ਬੱਚਿਆਂ ਨੂੰ ਇਸ ਚੀਜ਼ ਦੀ ਬਹੁਤ ਲੋੜ ਸੀਗੀ। ਹਾਂਜੀ ਹਾਂਜੀ ਹਾਂਜੀ, ਚਲੋ ਠੀਕ ਹੈ ਜੀ ठीक है ਰਜਿੰਦਰ जी, ਜੀ, थैंक मनप्रीत जी ਓਕੇ कुछ जी। पूछना चाह रहे हो? मनप्रीत जी हैंड रेज किया तुसी। हेलो जिंदल जी। हाँ जी हाँ जी, सत श्री अकाल जी। सत श्री अकाल जी। वेरी नाइस, बहुत अच्छे ਸੀਗੇ थैंक ਤੇ यू ਅੱਛੀ सर। ਅੱਛੀ ਮੋਟੀਵੇਸ਼ਨ ਮਿਲੀ, ਇੱਕ ਨਵੀਂ ਚੀਜ਼ ਸਿੱਖਣ ਲਈ ਮਿਲੀ ਹੈ ਕਿ ਆਪਾਂ ਜਿਹੜਾ ਔਨ ਆਫ ਕਿਤੇ ਵੀ ਐਡਜਸਟ ਕਰ ਸਕਦੇ ਹਾਂ ਆਪਾਂ ਨਾ। हाँ जी हाँ जी, ਹਾਂ, ਐਪਰੀਸ਼ੀਏਬਲ, ਸੋ ਨਾਈਸ ਆਫ ਯੂ। ठीक ठीक, थैंक यू सर। हाँ जी मनप्रीत जी। हाँ हेलो। जी हाँ जी हाँ जी सर। हाँ जी रजिंदर जी, सत श्री अकाल जी। सत श्री अकाल जी। राजीव हो रहा जी, ITI ਰੋਪੜ ਤੋਂ ਸਰ। वेरी गुड सर, क्या हाल है जी? ਠੀਕ ਹੈ ਸਰ, ਬਹੁਤ ਵਧੀਆ ਲੱਗਿਆ ਸਰ ਤੁਹਾਡਾ ਪ੍ਰੋਗਰਾਮ। बहुत बढ़िया। ਤੇ ठीक ठीक। ਬੱਚੇ ਇਹਦੇ ਨਾਲ ਬਹੁਤ ਗਾਈਡ, ਜੋ ਤੁਸੀਂ ਕਿਹਾ ਪੰਜਾਬ ਸਰਕਾਰ ਦੀ, ਜੋ ਸਾਡੀ ਸਰਕਾਰ ਦੀ ਇਹ ਬਹੁਤ ਵਧੀਆ ਉਪਰਾਲਾ ਹੈਗਾ, ਅਸੀਂ ਬੱਚਿਆਂ ਨੂੰ ਮਤਲਬ ਗਾਈਡਲਾਈਨ ਦੇ ਰਹੇ ਜਿਹੜੀਆਂ ਇਹ हाँ जी हाँ जी। ਬਹੁਤ ਵਧੀਆ ਤੁਸੀਂ ਲੈਕਚਰ ਦਿੱਤਾ ਹੈਗਾ ਸਰ, ਥੈਂਕ ਯੂ। शुक्रिया जी। ਓਕੇ 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 ਓਕੇ। ठीक ठीक। ਚਲੋ ਹੋਰ ਵੀ ਕਿਸੇ ਨੂੰ ਮੇਰਾ ਫੋਨ ਨੰਬਰ ਸਲਾਈਡ ਤੇ ਹੈਗਾ ਹੀ ਆ, ਤੁਹਾਡੇ ਕੋਲ ਆ ਜਾਣੀ ਆ। ਬਾਅਦ ਵਿੱਚ ਵੀ ਕੋਈ ਲੋੜ ਪਵੇ ਗੱਲਬਾਤ ਸ਼ੇਅਰ ਕਰਨ ਦੀ ਤਾਂ ਮੋਸਟ ਵੈਲਕਮ, ਹਾਜ਼ਰ ਹਾਂ ਮੈਂ ਹਮੇਸ਼ਾ ਲਈ। ਉਹੀ ਗੱਲ। ਹੈਲੋ। ਹਾਂਜੀ ਹਾਂਜੀ ਸਰ। ਹਾਂਜੀ ਸਰ, ਆ ਰਹੀ ਆਵਾਜ਼ ਤੁਹਾਡੀ? हेलो। हाँ जी हाँ जी। हेलो सर, एटो ट्रांसफार्मर की डायग्राम दिखाओ ना एक बार प्लीज। ਕਿਹੜੀ ਸਰ? ऑटो ट्रांसफार्मर की। ਆਟੋ ਟਰਾਂਸਫਾਰਮਰ ਸਲਾਈਡ ਮੈਨੂੰ ਲੱਗਦਾ ਬੰਦ ਕੀਤੀ ਹੋਈ ਹੈ, ਸ਼ੇਅਰ ਨਹੀਂ ਹੋ ਰਹੀ ਅਸਲ। ਉਹ ਸਲਾਈਡ ਨਹੀਂ ਚੱਲ ਰਹੀ ਬੈਕ ਇਸ ਵੇਲੇ। हेलो। एक मिनट। हेलो। हाँ जी हाँ जी। ਸਰ ਮੇਰਾ ਕੁਐਸਚਨ ਸੀਗਾ, ਜੋ ਜਿਹੜਾ ਜੀ ਮੋਟਰਾਂ ਵਿੱਚ ਜਿੱਦਾਂ ਸ਼ਟਰ ਵਿੱਚ ਕਾਰਬਨ ਜੰਮ ਜਾਂਦੀ ਆ, हाँ ਕਿੱਦਾਂ जी, ਜੰਮਦੀ, ਉਹਦਾ ਕਾਰਨ ਕੀ ਹੁੰਦਾ ਜੀ? ਇਹ ਕਾਰਬਨ ਬ੍ਰਸ਼ ਹੁੰਦੇ ਨਾ ਜਦੋਂ ਇੱਕ ਮਿੰਟ ਸਲਾਈਡ ਮੈਨੂੰ ਸ਼ੇਅਰ ਕਰ ਲਾਂ ਤੋਂ ਪਹਿਲਾਂ। ਇਹ ਕਾਰਬਨ ਬ੍ਰਸ਼ ਹੁੰਦੇ ਆ ਜਦੋਂ ਮੋਟਰ ਦੇ ਸਲਿਪ ਰਿੰਗਾਂ ਦੇ ਉੱਪਰ ਚੱਲਦੇ ਆ। ਹਾਂਜੀ। ਕੋਈ ਵੀ ਚੀਜ਼ ਹੈਗੀ ਆ ਜਦੋਂ ਮੈਟਲ ਦੀ ਕਿਸੇ ਮੈਟਲ ਦੇ ਉੱਪਰ ਰਗੜ ਹੁੰਦੀ ਆ ਤਾਂ ਉਹਦੇ ਵਿੱਚੋਂ ਕੰਟੈਂਟਸ ਜਿਹੜੇ ਉਹ ਬਾਹਰ ਤਾਂ ਆਣੇ ਹੀ ਹੈਗੇ ਆ, ਰਗੜ ਹੋਣਾ ਹੀ ਆ। ਉਹ ਰਗੜ ਹੋਣ ਦੇ ਕਾਰਨ ਕੁਝ ਡਸਟ ਵਗੈਰਾ ਜਿਹੜੀ ਹੈਗੀ ਆ ਉਹ ਵੀ ਉੱਥੇ ਜਲਦੀ ਆ, ਉਹਦੇ ਕਰਕੇ ਇਹ ਇਕੱਠਾ ਹੁੰਦਾ ਰਹਿੰਦਾ ਕਾਰਬਨ। ਇਹ ਆਪਣੇ ਮਤਲਬ ਜੀ ਉਹ ਸਾਡੇ ਘਰ ਦੀ ਪ੍ਰੋਬਲਮ ਹੁੰਦੀ। ਆਪਣੇ ਕੋਲ ਮੰਗੀ ਸੀ ਇੱਕ ਡਾਇਗਰਾਮ ਆਟੋ ਟਰਾਂਸਫਾਰਮਰ ਸਟਾਰਟਰ ਦੀ।
ਹਾਂਜੀ ਹੋਰ ਕੋਈ? सर ਤੁਸੀਂ ਲਾਸਟ ਸਲਾਈਡ ਦਿਖਾਤੀ ਸੀ ਆਪਣਾ ਨੰਬਰ ਫੋਨ ਨੰਬਰ ਉਹ ਦਿਖਾ ਦਿਓ ਇੱਕ ਵਾਰੀ। ਸਰ ਕੋਈ ਸੌਫਟ ਕਾਪੀ ਪ੍ਰੋਵਾਈਡ ਹੋ ਜੂਗੀ ਸਾਨੂੰ? ਜੋ ਜ਼ਰੂਰ ਹੋ ਜਾਏਗੀ। ਠੀਕ ਹੈ ਸਰ, ਥੈਂਕ ਯੂ। ਇਹ ਮੇਰਾ ਨੰਬਰ ਹੈਗਾ ਆ, ਈਮੇਲ ਆਈਡੀ ਹੈਗੀ ਆ, ਇਹ ਉਹ ਨੋਟ show ਕਰ ਕਰ ਲਓ। ਜੀ। ਤੇ ਜਿਹਨੂੰ ਵੀ ਇਹ ਸਲਾਈਡਾਂ ਚਾਹੀਦੀਆਂ ਹੈਗੀਆਂ ਮੈਂ ਉਹਨੂੰ ਮੇਲ ਵੀ ਕਰ ਸਕਦਾ, WhatsApp ਵੀ ਕਰ ਸਕਦਾ। ਹਾਂਜੀ ਸਰ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਸਰ ਬਹੁਤ ਵਧੀਆ ਜੀ, ਬੜਾ ਅੱਛਾ ਲੱਗਿਆ ਤੁਹਾਡਾ ਲੈਕਚਰ। ਥੈਂਕ ਯੂ ਸਰ, ਥੈਂਕ ਬੱਚਿਆਂ ਲਈ ਯੂ। ਬੜਾ ਫਰੂਟਫੁਲ ਹੋਏਗਾ, ਬੱਚਿਆਂ ਲਈ ਬੜਾ ਠੀਕ ਠੀਕ ਤੁਹਾਡਾ ਕੰਟੈਂਟ ਬੜਾ ਅੱਛਾ ਸੀਗਾ ਜੀ। ਚਲੋ ਇਹ ਤਾਂ ਸਰ ਤੇ ਜਿਹੜੀਆਂ ਤੁਹਾਡੀਆਂ ਸਲਾਈਡਸ ਹੈਗੀਆਂ ਇਹਨਾਂ ਨੂੰ ਨਾ ਤੁਸੀਂ ਇਲੈਕਟ੍ਰੀਕਲ ਦਾ ਜਿਹੜਾ ਗਰੁੱਪ ਬਣਿਆ ਹੋਇਆ ਉਹਦੇ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਬੱਚਿਆਂ ਨੂੰ ਅੱਗੇ ਕਰਾਉਣ ਦੇ ਵਿੱਚ ਵੀ ਕੰਮ ਆ ਜਾਣਗੀਆਂ ਜੀ ਸਭ ਦੇ। ਠੀਕ। ਹਾਂ। ਫਿਰ ਵੀ ਕੋਈ ਕਮੀ ਪੇਸ਼ੀ ਹੋਵੇ ਤਾਂ ਮੋਸਟ ਵੈਲਕਮ ਆ। ਜਿਹੜੇ ਤੁਹਾਡੇ ਸੁਝਾਅ ਆ ਗਏ ਉਹਨੂੰ ਆਪਾਂ ਇੰਪਰੂਵ ਵੀ ਕਰ ਸਕਦੇ ਕਿਤੇ ਨਾ ਕਿਤੇ, ਤੇ ਉਹ ਵੀ ਜ਼ਰੂਰ ਦੱਸਣਾ ਤੁਸੀਂ। ਠੀਕ ਹੈ ਸਰ, ਉਹ ਆਪਾਂ ਪਰਸਨਲ ਉਹਦੇ ਤੇ ਗੱਲ ਕਰ ਲਾਂਗੇ ਜੀ। ਠੀਕ ਠੀਕ ਸਰ, ਇਹ ਮੇਰਾ Okay ਨੰਬਰ ਹੈਗਾ, ਈਮੇਲ ਆਈਡੀ ਹੈ, ਕਿਸੇ ਬੱਚੇ ਨੂੰ ਚਾਹੀਦੇ ਨੋਟ ਕਰ ਸਕਦਾ। ਜੀ ਸਰ ਫਿਰ ਥੈਂਕਸ ਕਰੀਏ ਜੀ, ਤੁਸੀਂ ਥੈਂਕਸ ਕਰ ਦਿਓ ਜੀ। ਹਾਂ ਠੀਕ ਹੈ, ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਸੁਣਿਆ। ਤਾਂ ਮੈਨੂੰ ਉਮੀਦ ਹੈਗੀ ਹੈ ਮੈਂ ਪੂਰੀ ਮਿਹਨਤ ਦੇ ਨਾਲ ਇਹ ਸਲਾਈਡਾਂ ਤਿਆਰ ਕੀਤੀਆਂ ਆਪਣੇ ਸਰ ਕੋਲੋਂ। ਸ਼ੋ ਨਹੀਂ ਹੋਈ ਸਰ ਲਾਸਟ ਵਾਲੀ ਸਲਾਈਡ ਤੁਹਾਡੀ। ਸਰ ਤੁਹਾਡੀ ਲਾਸਟ ਸਲਾਈਡ ਸ਼ੋ ਨਹੀਂ ਹੋਈ ਹੈ। ਹਲੋ ਕੰਟੈਕਟ ਬੋਲ ਦਿਓ ਸਰ, ਨੰਬਰ ਬੋਲ ਦਿਓ, ਈਮੇਲ ਆਈਡੀ ਨੋਟ ਕਰਵਾ ਦਿਓ। ਨਹੀਂ ਆਈ ਅਜੇ ਵੀ ਨਹੀਂ। ਚਲੋ ਨੰਬਰ ਨੋਟ ਕਰੋ। ਇਹ ਮੇਰਾ ਨੰਬਰ ਹੈਗਾ 8427754174। ਸਰ ਰਿਪੀਟ ਪਲੀਜ਼। ਇੱਕ ਮਿੰਟ ਮੈਂ ਤੁਹਾਨੂੰ ਨੋਟ 2 ਮਿੰਟ ਵੇਟ ਕਰੋ। ਲਾਸਟ 1 ਮਿੰਟ। 8427754174। 174। ਥੈਂਕ ਯੂ ਸਰ। ਥੈਂਕ ਯੂ ਸਰ, ਬਹੁਤ ਸਾਰਿਆਂ ਦਾ ਧੰਨਵਾਦ ਜੀ, ਸ਼ੁਕਰੀਆ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਜੀ। ਥੈਂਕ ਯੂ ਮੈਡਮ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕਸ।